ਕਿੰਨੀਆਂ ਕੁ ਦਿੱਕਤਾਂ ਆਈਆਂ ਜਦੋਂ ਤੁਸੀਂ ਫਸਟ ਟਾਈਮ ਇਹ ਕੇਸ ਸੁਣਿਆ ਜੁਗਰਾਜ ਸਿੰਘ ਦਾ ਜਿਸਨੂੰ ਕਿ ਇੱਕ ਅੱਤਵਾਦੀ ਇੱਕ ਖਾਲਿਸਤਾਨੀ ਬਹੁਤ ਕੁਝ ਕਹਿ ਕੇ ਟੀਵੀ ਚੈਨਲਾਂ ਦੇ ਉੱਪਰ ਦੱਸਿਆ ਗਿਆ ਕਿ ਇਸ ਨੌਜਵਾਨ ਨੇ ਤਿਰੰਗੇ ਦਾ ਅਪਮਾਨ ਕੀਤਾ। ਲੱਗ ਵੀ ਇੰਝ ਹੀ ਰਿਹਾ ਸੀਗਾ ਕਿ ਇਹਨੇ ਤਿਰੰਗੇ ਨੂੰ ਉਤਾਰ ਕੇ ਸੈਂਟਰ ਦੇ ਵਿੱਚ ਜਿੱਥੇ ਪੋਲ ਹੈ ਉੱਥੇ ਸ਼ਾਇਦ ਨਿਸ਼ਾਨ ਸਾਹਿਬ ਲਹਿਰਾ ਦਿੱਤਾ। ਜਦੋਂ ਮੈਂ FIR ਦੀ ਕਾਪੀ ਲਈ ਉਹ 'ਚ ਲੱਗਾ ਕਿ ਇਹ ਤੇ ਬਹੁਤ ਵੱਡੇ ਜੋ ਹੈ ਦੇਸ਼ ਵਿਰੋਧੀ ਦੇਸ਼ ਧਰੋਹੀ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ, ਉੱਥੇ ਨਿਸ਼ਾਨ ਸਾਹਿਬ ਲਹਿਰਾਇਆ। ਪਰ ਨਾਲ ਥੱਲਿਓਂ ਇੱਕ ਛੋਟੀ ਜੀ ਜੋ ਮੀਡੀਆ ਦੇ ਵਿੱਚ ਕਲਿੱਪ ਦਿਖਾਈ ਦਿੰਦੀ ਹੈ, ਉਹਦੇ 'ਚ ਇਹ ਆਉਂਦਾ ਹੈ ਕਿ ਨਿਸ਼ਾਨ ਸਾਹਿਬ ਲਹਿਰਾਉਣ ਤੋਂ ਪਹਿਲਾਂ ਥੱਲਿਓਂ ਕੋਈ ਬੰਦਾ ਜਿਹੜਾ ਹੈ ਉਹ ਇੱਕ ਜੋ ਹੈ ਨੈਸ਼ਨਲ ਫਲੈਗ ਤਿਰੰਗਾ ਉਹ ਦਿੰਦਾ ਹੈ ਤੇ ਉਹਨੂੰ ਐਂ ਕਰਕੇ ਸੁੱਟਿਆ। ਜੁਗਰਾਜ ਉਸ ਸਮੇਂ ਉੱਪਰ ਹੈ, ਉਹਦਾ ਮੂੰਹ ਥੱਲੇ ਵੱਲ ਨਹੀਂ ਹੈ, ਉਹਨੂੰ ਨਹੀਂ ਪਤਾ ਹੈਗਾ ਕਿ ਕੌਣ ਬੰਦਾ ਤਿਰੰਗਾ ਪਕੜ ਰਿਹਾ, ਕੌਣ ਸੁੱਟ ਰਿਹਾ। ਅੱਧਾ ਪੌਣਾ ਘੰਟਾ ਉਹਨਾਂ ਨੇ ਸਾਡੀ ਬਹਿਸ ਸੁਣੀ। ਸੁਣਨ ਤੋਂ ਬਾਅਦ ਉਹਨਾਂ ਨੇ ਇਸ ਗੱਲ ਦਾ ਫਿਰ ਸਵਾਲ ਜਿਹੜਾ ਮੈਂ ਕੀਤਾ, ਇਹ ਰੇਜ਼ ਕੀਤਾ, ਇਹਦਾ ਜਵਾਬ ਜਿਹੜਾ ਉਹ ਪ੍ਰੋਸੀਕਿਊਸ਼ਨ ਤੋਂ ਪੁੱਛਿਆ। ਸਰਕਾਰੀ ਵਕੀਲ ਕਹਿੰਦਾ ਜੀ ਪਤਾ ਨਹੀਂ, ਮੈਂ ਪੁੱਛਦਾ ਇਹਨੂੰ IO ਨੂੰ ਪੁੱਛਦਾ। IO ਕਹਿੰਦਾ I am not sure। ਉਹ ਆਰਡਰ ਦੇ ਵਿੱਚ ਵੀ ਰਿਫਲੈਕਟਡ ਹੈ। ਹੁਣ ਜੇ I am not sure ਤਾਂ ਫਿਰ ਕਹਿਣ ਲੱਗਾ ਫਿਰ ਇਹਨੇ ਓਫੈਂਸ ਹੀ ਕੀ ਕੀਤੀ ਹੈ। ਜੇ ਤੁਹਾਨੂੰ ਸ਼ੋਰ ਹੀ ਨਹੀਂ ਹੈ ਤਾਂ ਫਿਰ ਇਹਨੂੰ ਜ਼ਮਾਨਤ ਕਿਉਂ ਨਾ ਦਿੱਤੀ ਜਾਵੇ। ਤੇ ਇਸ ਕਰਕੇ ਸਾਨੂੰ ਇੰਟਰਿਮ ਪ੍ਰੋਟੈਕਸ਼ਨ ਮਿਲ। ਕਿਸਾਨ ਲੀਡਰ ਨੇ ਉਹ ਕਹਿੰਦੇ ਨੇ ਆਓ 26 ਜਨਵਰੀ ਨੂੰ ਟਰੈਕਟਰ ਰੈਲੀ ਕਰਨੀ ਆ, ਇਹ ਵੀ ਚਲੇ ਜਾਂਦੇ ਆ। ਇੱਕ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਉੱਥੇ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੁੰਦਾ ਤੇ ਜਾ ਕੇ ਉੱਥੇ ਜਦੋਂ ਦੇਖਦਾ ਬਾਕੀਆਂ ਕੋ 2-3 ਵਾਰੀ ਉਹਨਾਂ ਨੇ ਝੰਡਾ ਚੜਾਉਣ ਦੀ ਕੋਸ਼ਿਸ਼ ਕੀਤੀ ਆ, ਉਹ ਨਹੀਂ ਕਾਮਯਾਬ ਹੁੰਦੇ ਤੇ ਇਹਨੇ ਕਿਹਾ ਮੈਂ ਵੀ ਟਰਾਈ ਕਰ ਲੈਣਾ। ਇਹ ਵੀ ਚੜ ਗਿਆ। ਕੋਈ ਕਾਂਸਪੀਰੇਸੀ ਨਹੀਂ ਹੈ, ਕੋਈ ਦੇਸ਼ ਨੂੰ ਜੋ ਹੈ ਦੇ ਨਾਲ ਗੱਦਾਰੀ ਨਹੀਂ ਕੀਤੀ ਇਹਨੇ, ਨੈਸ਼ਨਲ ਫਲੈਗ ਨੂੰ ਇਨਸਲਟ ਨਹੀਂ ਕੀਤੀ, ਕੁਝ ਨਹੀਂ ਕੀਤੀ ਹੈ। ਔਰ ਸਿਰਫ ਨਿਸ਼ਾਨ ਸਾਹਿਬ ਜਿਹੜਾ ਉਹ ਉੱਥੇ ਫਹਿਰਾ ਦਿੱਤਾ। ਇਹ ਕੋਈ ਗਲਤੀ ਨਹੀਂ ਹੈ, ਇਹਦੇ 'ਚ 100% ਬਰੀ ਹੋਏਗਾ, ਮੇਰਾ ਇਹ ਅਨੁਮਾਨ ਹੈ। ਕਿਤੇ ਲੋਕਾਂ ਦੀ ਸੇਵਾ ਕਰਨੀ ਸੀਗੀ ਜਿਸ ਪੁਲਿਸ ਨੇ ਲੋਕਾਂ ਦੀ ਸੇਵਾ ਕਰਨ ਦੀ ਬਜਾਏ FIR ਦਰਜ ਕਰਨ ਦੀ ਬਜਾਏ ਉਹਨਾਂ ਦੀ ਹੈਲਪ, ਉਹਨਾਂ ਦੀ ਚੀਜ਼ ਲੱਭਣ ਦੀ ਬਜਾਏ ਜਾਂ ਉਹਨਾਂ ਨਾਲ ਨਿਆਂ ਕਰਵਾਉਣ ਦੀ ਬਜਾਏ ਸੋਸ਼ਲ ਮੀਡੀਆ ਤੋਂ ਵੀਡੀਓਜ਼ ਚੱਕਦੇ ਨੇ ਅਗੇਂਸਟ ਕਿਸੇ ਬੰਦੇ ਦੇ, ਉਸ ਨੂੰ ਜੇ ਅਸੀਂ ਕਹੀਏ ਤਾਂ ਅਦਾਲਤ ਵਿੱਚ ਪੇਸ਼ ਕਰ ਦਿੰਦੇ ਨੇ। ਮੇਰੀ ਪਰਸਨਲ ਐਡਵਾਈਸ ਹੈ ਕਿ ਕੋਈ ਵੀ ਪੋਸਟ ਸ਼ੇਅਰ ਕਰਨ ਤੋਂ ਪਹਿਲਾਂ 100 ਵਾਰ ਉਹਨੂੰ ਸੋਚੋ। ਮੰਨ ਲਓ ਕਿ ਕਿਸੇ ਟੈਰਰਿਸਟ ਆਰਗੇਨਾਈਜੇਸ਼ਨ ਦੇ ਬੈਨਰਸ ਨੇ, ਉਹਨਾਂ ਨੂੰ ਚੁੱਕ ਕੇ ਉਹ ਪੋਸਟ ਕਰ ਦਿੰਦਾ ਅੱਗੇ, ਉਹਨੂੰ ਪਤਾ ਹੀ ਨਹੀਂ ਕਿ ਮੈਂ ਕੀ ਕਰ ਰਿਹਾ। ਉਹ ਵੀ ਇਸ ਦੇ ਐਂਬਿਟ ਦੇ ਵਿੱਚ ਫਾਲ ਕਰ ਰਿਹਾ ਔਰ ਉਹਦੇ ਵਿਰੁੱਧ ਵੀ UAPL ਜੋ ਹੈ ਉਹ ਸਲੈਪ ਕੀਤੀ ਜਾ ਸਕਦੀ ਹੈ ਔਰ ਕੀਤੀਆਂ ਜਾ ਰਹੀਆਂ ਨੇ। ਦਿੱਲੀ ਦੇ ਵਿੱਚ ਲਾਲ ਕਿਲੇ ਤੇ ਝੰਡਾ ਲਹਿਰਾਉਣ ਵਾਲੇ ਜੁਗਰਾਜ ਸਿੰਘ, ਜਿਨ੍ਹਾਂ ਦਾ ਅੱਜ ਅਸੀਂ ਕਹਿ ਲਈਏ ਕਿ ਪਿੰਡ ਦੇ ਵਿੱਚ ਸ਼ੁਕਰਾਨਾ ਸਮਾਗਮ ਪਿੰਡ ਵਾਂ ਦੇ ਵਿੱਚ ਕੀਤਾ ਗਿਆ ਕਿਉਂਕਿ ਉਹਨਾਂ ਨੂੰ ਪਰਮਾਨੈਂਟ ਜ਼ਮਾਨਤ ਮਿਲ ਚੁੱਕੀ ਹੈ। ਔਰ ਜ਼ਮਾਨਤ ਕਿਸ ਕਾਰਨ ਮਿਲੀ ਹੈ? ਸਾਡੇ ਨਾਲ ਵਕੀਲ ਜਿਹੜੇ ਨੇ ਜਿਨ੍ਹਾਂ ਨੇ ਇਹ ਕੇਸ ਲੜਿਆ ਸੀਗਾ ਉਹ ਮੌਜੂਦ ਨੇ, ਪਰਮਜੀਤ ਸਿੰਘ। ਸੋ ਜਿੰਨਾ ਇਹਨਾਂ ਨੇ ਸਾਥ ਦਿੱਤਾ ਆ ਜੁਗਰਾਜ ਸਿੰਘ ਦਾ, ਲੱਗਦਾ ਨਹੀਂ ਹੈ ਕਿ ਕਿਸੇ ਹੋਰ ਨੇ ਦਿੱਤਾ ਹੋ, ਕਿਉਂਕਿ ਇੱਕ ਉਹ ਨੌਜਵਾਨ ਜਿਸ ਨੂੰ ਜਾਣਕਾਰੀ ਵੀ ਨਹੀਂ ਸੀ ਉਸਨੇ ਕੀ ਕੀਤਾ। ਇੱਕ ਨਿਸ਼ਾਨ ਸਾਹਿਬ ਜਿਵੇਂ ਪਿੰਡ ਵਿੱਚ ਲਹਿਰਾਇਆ ਜਾਂਦਾ ਹੈ, ਪਿੰਡ ਦੇ ਵਿੱਚ ਝੁਲਾਇਆ ਜਾਂਦਾ ਹੈ, ਉਸੇ ਹੀ ਤਰੀਕੇ ਦੇ ਨਾਲ ਦਿੱਲੀ ਜਾਂਦੇ ਨੇ ਜਿਨ੍ਹਾਂ ਨੇ ਲਾਲ ਕਿਲ੍ਹਾ ਕਦੀ ਦੇਖਿਆ ਵੀ ਨਹੀਂ ਸੀ ਔਰ ਉੱਥੇ ਜਾ ਕੇ ਉਹ ਨੌਜਵਾਨ ਉੱਥੇ ਨਿਸ਼ਾਨ ਸਾਹਿਬ ਜੇ ਅਸੀਂ ਕਹਿ ਲਈਏ ਤਾਂ ਲਹਿਰਾ ਦਿੱਤਾ ਗਿਆ ਖਾਲੀ ਪੋਲ ਦੇ ਉੱਪਰ, ਜਿਸ ਦੇ ਲਈ ਇੱਕ ਹਊਆ ਵੀ ਕ੍ਰੀਏਟ ਕਰ ਦਿੱਤਾ ਗਿਆ ਕਿ ਤਿਰੰਗੇ ਦਾ ਅਪਮਾਨ ਕੀਤਾ ਗਿਆ। ਸੋ ਇੱਥੇ ਵਕੀਲ ਜਿਹੜੇ ਨੇ ਜਿਨ੍ਹਾਂ ਨੇ ਕੇਸ ਲੜਿਆ ਉਹ ਸਾਡੇ ਨਾਲ ਮੌਜੂਦ ਨੇ। ਸਭ ਤੋਂ ਪਹਿਲਾਂ ਤਾਂ ਅਸੀਂ KTV ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੇ ਹਾਂ ਜੀ। ਮਿਹਰਬਾਨੀ ਜੀ। ਕਿੰਨੀਆਂ ਕੁ ਦਿੱਕਤਾਂ ਆਈਆਂ ਜਦੋਂ ਤੁਸੀਂ ਫਸਟ ਟਾਈਮ ਇਹ ਕੇਸ ਸੁਣਿਆ ਜੁਗਰਾਜ ਸਿੰਘ ਦਾ ਜਿਸਨੂੰ ਕਿ ਇੱਕ ਅੱਤਵਾਦੀ ਇੱਕ ਖਾਲਿਸਤਾਨੀ ਬਹੁਤ ਕੁਝ ਕਹਿ ਕੇ ਟੀਵੀ ਚੈਨਲਾਂ ਦੇ ਉੱਪਰ ਦੱਸਿਆ ਗਿਆ ਕਿ ਇਸ ਨੌਜਵਾਨ ਨੇ ਤਿਰੰਗੇ ਦਾ ਅਪਮਾਨ ਕੀਤਾ। ਜੇ ਅਸੀਂ ਗੱਲ ਕਰੀਏ ਤਾਂ ਪ੍ਰਸਾਰਿਤ ਕੀਤਾ ਗਿਆ ਸੀਗਾ ਜੋ ਟੀਵੀ ਚੈਨਲਾਂ ਦੇ ਉੱਪਰ, ਉਹਦੇ ਤੇ ਲੱਗ ਵੀ ਇੰਝ ਹੀ ਰਿਹਾ ਸੀਗਾ ਕਿ ਇਹਨੇ ਤਿਰੰਗੇ ਨੂੰ ਉਤਾਰ ਕੇ ਸੈਂਟਰ ਦੇ ਵਿੱਚ ਜਿੱਥੇ ਪੋਲ ਹੈ ਉੱਥੇ ਸ਼ਾਇਦ ਨਿਸ਼ਾਨ ਸਾਹਿਬ ਲਹਿਰਾ ਦਿੱਤਾ। ਹਾਲਾਂਕਿ ਸਿਰਫ ਉਹੀ ਲੋਕ ਜਾਣਦੇ ਸੀਗੇ ਜਿਹੜੇ ਉੱਥੇ ਮੌਜੂਦ ਸੀਗੇ ਔਰ ਘਰਾਂ ਵਿੱਚ ਬੈਠ ਕੇ ਦੇਖਣ ਵਾਲਿਆਂ ਨੂੰ ਇੱਕਦਮ ਇਹੀ ਦਿਖਾ ਦਿੱਤਾ ਗਿਆ ਕਿ ਇਸ ਨੌਜਵਾਨ ਨੇ ਨਿਸ਼ਾਨ ਸਾਹਿਬ ਉੱਥੇ ਲਹਿਰਾਇਆ ਹੈ ਜਿੱਥੇ ਤਿਰੰਗਾ ਝੂਲਦਾ ਸੀਗਾ। ਤੁਹਾਨੂੰ ਕਿਵੇਂ ਲੱਗਿਆ ਜਦੋਂ ਤੁਸੀਂ ਫਸਟ ਟਾਈਮ ਤੁਹਾਡੇ ਕੋਲ ਇਹ ਕੇਸ ਆਇਆ ਜਾਂ ਤੁਸੀਂ ਇਹ ਲੜਨ ਬਾਰੇ ਸੋਚਿਆ? ਮੇਰੇ ਕੋਲ ਇਹ ਕੇਸ ਪੰਜਾਬ ਲਾਇਰਸ ਐਸੋਸੀਏਸ਼ਨ ਜਿਹਦਾ ਮੈਂ ਵੀ ਮੈਂਬਰ ਹਾਂ ਉਹਦੇ ਦੁਆਰਾ ਭੇਜਿਆ ਗਿਆ। ਦਲ ਖਾਲਸਾ ਦੇ ਜੋ ਚਾਲਕ ਨੇ ਸਰਦਾਰ ਕੁੰਵਰਪਾਲ ਸਿੰਘ ਜੀ, ਉਹਨਾਂ ਨੇ ਸਾਡੇ ਦੂਸਰੇ ਮੈਂਬਰ ਜੋ
ਜਸਪਾਲ ਸਿੰਘ ਮੰਝਪੁਰ ਉਹਨਾਂ ਨਾਲ ਗੱਲ ਕੀਤੀ ਔਰ ਜਸਪਾਲ ਸਿੰਘ ਮੰਝਪੁਰ ਨੇ ਕਿਹਾ ਕਿ ਆਪ ਜੀ ਇਹ ਸੇਵਾ ਲੈ ਲਓ। ਜੀ ਮੈਂ ਉਹਨਾਂ ਨੂੰ ਬੇਨਤੀ ਕੀਤੀ ਕਿ ਵੀ ਇਹ ਬੜਾ ਹਾਈਲਾਈਟਡ ਕੇਸ ਹੈ, ਮੀਡੀਆ ਹਾਈਲਾਈਟਡ ਕੇਸ ਹੈ, ਵਿਲ ਟਰਾਈ ਆਰ ਬੈਸਟ। ਜੀ ਔਰ ਜਦੋਂ ਮੈਂ FIR ਦੀ ਕਾਪੀ ਲਈ ਤੇ ਉਹਦੇ 'ਚ ਜਿਵੇਂ ਆਪ ਜੀ ਹੁਣੇ ਦੱਸ ਰਹੇ ਹੋ, ਉਹ 'ਚ ਇਹ ਲੱਗਾ ਕਿ ਇਹ ਤੇ ਬਹੁਤ ਵੱਡੇ ਜੋ ਹੈ ਦੇਸ਼ ਵਿਰੋਧੀ, ਦੇਸ਼ ਧਰੋਹੀ ਨੇ ਜਿਨ੍ਹਾਂ ਨੇ ਇਹ ਕੰਮ ਕੀਤਾ ਹੈ। ਉੱਥੇ ਨਿਸ਼ਾਨ ਸਾਹਿਬ ਲਹਿਰਾਇਆ, ਪਰ ਨਾਲ ਨਾਲ ਥੱਲਿਓਂ ਇੱਕ ਛੋਟੀ ਜੀ ਜੋ ਮੀਡੀਆ ਦੇ ਵਿੱਚ ਕਲਿੱਪ ਦਿਖਾਈ ਦਿੰਦੀ ਹੈ, ਉਹਦੇ 'ਚ ਇਹ ਆਉਂਦਾ ਹੈ ਕਿ ਨਿਸ਼ਾਨ ਸਾਹਿਬ ਲਹਿਰਾਉਣ ਤੋਂ ਪਹਿਲਾਂ ਥੱਲਿਓਂ ਕੋਈ ਬੰਦਾ ਜਿਹੜਾ ਹੈ ਉਹ ਇੱਕ ਜੋ ਹੈ ਨੈਸ਼ਨਲ ਫਲੈਗ ਤਿਰੰਗਾ ਉਹ ਦਿੰਦਾ ਹੈ ਤੇ ਉਹਨੂੰ ਐਂ ਕਰਕੇ ਸੁੱਟਿਆ। ਜਦੋਂ ਉਹ ਕਲਿੱਪ ਜੋ ਹੈ ਮੈਨੂੰ ਜੋ ਪ੍ਰੋਵਾਈਡ ਕੀਤੀ ਗਈ, ਮੈਂ ਬੇਲ ਐਪਲੀਕੇਸ਼ਨ ਲਗਾਈ ਪਹਿਲੇ, ਉਹ ਮੇਰੇ ਖਿਆਲ 30 ਅਪ੍ਰੈਲ ਨੂੰ ਲਗਾਈ ਹੈ ਮੈਂ 21 ਨੂੰ। ਉਸ ਤੋਂ ਬਾਅਦ ਸਾਨੂੰ ਰਿਪਲਾਈ ਮਿਲਣਾ ਹੁੰਦਾ, ਉਹ ਰਿਪਲਾਈ ਸਾਨੂੰ ਉਹਨਾਂ ਨੇ ਪਹਿਲਾਂ ਤਾਂ ਦਿੱਤਾ ਨਹੀਂ, ਫਿਰ ਬੜੀ ਮੁਸ਼ਕਿਲ ਦੇ ਨਾਲ ਰਿਪਲਾਈ ਲਿਆ, ਫਿਰ ਕਹਿਣ ਲੱਗੇ ਜੀ ਵੀਡੀਓ ਕਲਿੱਪਿੰਗ ਨਹੀਂ ਦਿਆਂਗੇ। ਫਿਰ ਜੱਜ ਸਾਹਿਬ ਨੂੰ ਰਿਕੁਐਸਟ ਕਰਕੇ ਵੀਡੀਓ ਕਲਿੱਪਿੰਗ ਜਿਹੜੀਆਂ ਸੀ ਉਹ ਲਈਆਂ, CCTV ਫੁਟੇਜ ਲਈਆਂ। ਉਹਨਾਂ ਨੂੰ ਜਦੋਂ ਮੈਂ ਕਲੋਜ਼ਲੀ ਐਗਜ਼ਾਮਿਨ ਕੀਤਾ ਤੇ ਉਹਦੇ 'ਚ ਮੈਨੂੰ ਇਹ ਲੱਗਾ ਕਿ ਜਦੋਂ ਯੁਗਰਾਜ ਸਿੰਘ ਨਿਸ਼ਾਨ ਸਾਹਿਬ ਮੂੰਹ ਦੇ ਵਿੱਚ ਪਕੜ ਕੇ ਉੱਪਰ ਨੂੰ ਜਾ ਰਿਹਾ ਹੈ ਤੇ ਉੱਤੇ ਕੋਈ ਤਿਰੰਗਾ ਨਹੀਂ ਲੱਗਾ। ਨੰਬਰ 1 ਖਾਲੀ ਫਲੈਗ ਪੋਸਟ ਹੈ। ਖਾਲੀ ਫਲੈਗ ਪੋਸਟ ਅਗਰ ਪਈ ਹੋਈ ਹੈ ਤੇ ਉਹਦੇ ਉੱਤੇ ਕੋਈ ਤਿਰੰਗਾ ਵੀ ਨਹੀਂ ਲਾਉਂਦਾ, ਲੱਗਾ ਹੀ ਨਹੀਂ ਹੈ। ਪਹਿਲੀ ਗੱਲ ਤੇ ਲਾਉਣਾ ਤੇ ਦੂਰ ਦੀ ਗੱਲ ਹੈ। ਉੱਥੇ ਕੋਈ ਨਿਸ਼ਾਨ ਸਾਹਿਬ ਅਗਰ ਲਗਾ ਦਿੰਦਾ ਹੈ ਤੇ ਉਹ ਕਿਵੇਂ ਓਫੈਂਸ ਬਣਦੀ ਹੈ, ਇਹਨੂੰ ਮੈਂ ਐਗਜ਼ਾਮਿਨ ਕੀਤਾ ਤੇ IPC ਦੇ ਵਿੱਚ ਮੈਨੂੰ ਇਹ ਕਿਤੇ ਕੋਈ ਓਫੈਂਸ ਨਹੀਂ ਦਿਸੀ। ਇੱਕ ਤੇ ਸਾਡੇ ਕੋਲ ਇਹ ਬਹੁਤ ਵੱਡਾ ਜਿਹੜਾ ਸੀ ਹਥਿਆਰ ਆ ਸਾਡੇ ਹੱਥ ਦੇ ਵਿੱਚ, ਕਈ ਇਹ ਤੇ ਓਫੈਂਸ ਹੀ ਨਹੀਂ ਹੈ। ਦੂਸਰੀ ਗੱਲ ਸੀਗੀ ਕਿ ਤਿਰੰਗਾ ਥੱਲਿਓਂ ਕੋਈ ਫੜਾ ਰਿਹਾ ਕਿਸੇ ਦੂਸਰੇ ਬੰਦੇ ਨੂੰ, ਔਰ ਯੁਗਰਾਜ ਉਸ ਸਮੇਂ ਉੱਪਰ ਹੈ, ਉਹਦਾ ਮੂੰਹ ਥੱਲੇ ਵੱਲ ਨਹੀਂ ਹੈ। ਉਹਨੂੰ ਨਹੀਂ ਪਤਾ ਹੈਗਾ ਕਿ ਕੌਣ ਬੰਦਾ ਤਿਰੰਗਾ ਪਕੜ ਰਿਹਾ, ਕੌਣ ਸੁੱਟ ਰਿਹਾ। ਯੁਗਰਾਜ ਨੇ ਉਤਾਰਿਆ ਨਹੀਂ, ਇਸ ਕਰਕੇ ਤਿਰੰਗੇ ਦੀ ਕੋਈ ਬੇਇੱਜ਼ਤੀ ਯੁਗਰਾਜ ਨੇ ਨਹੀਂ ਕੀਤੀ ਜਿਵੇਂ ਕਿ ਮੀਡੀਆ ਪ੍ਰੋਜੈਕਟ ਕਰਦਾ। ਇਹ ਤੋਂ ਇਹ ਸਾਬਤ ਹੋ ਰਿਹਾ ਹੈ ਕਿ ਜੋ ਮੀਡੀਆ ਹੈ ਉਹ ਗਲਤ ਤਰ੍ਹਾਂ ਨਾਲ ਪੇਸ਼ ਕੀਤਾ ਯੁਗਰਾਜ ਦਾ ਕੇਸ ਉਹਨਾਂ ਨੇ, ਤੇ ਇਹਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਹੈ। ਤਾਂ ਚਲੋ ਕੋਰਟ ਦੇ ਸਾਹਮਣੇ ਜਦੋਂ ਸੁਣਵਾਈ ਹੁੰਦੀ ਹੈ ਤਾਂ ਕੋਰਟ ਮੈਡਮ ਜੋ ਸੈਸ਼ਨ ਜੱਜ ਹੈ, ਐਡੀਸ਼ਨਲ ਸੈਸ਼ਨ ਜੱਜ ਨਿਲੋਫਰ ਆਬਿਦਾ ਪਰਵੀਨ, ਉਹਨਾਂ ਨੇ ਬਹੁਤ ਪੇਸ਼ੈਂਸਲੀ ਜੋ ਹੈ ਸਾਡੀ ਗੱਲ ਸੁਣੀ। ਅੱਧਾ ਪੌਣਾ ਘੰਟਾ ਉਹਨਾਂ ਨੇ ਸਾਡੀ ਬਹਿਸ ਸੁਣੀ। ਸੁਣਨ ਤੋਂ ਬਾਅਦ ਉਹਨਾਂ ਨੇ ਇਸ ਗੱਲ ਦਾ ਫਿਰ ਸਵਾਲ ਜਿਹੜਾ ਮੈਂ ਕੀਤਾ, ਇਹ ਰੇਜ਼ ਕੀਤਾ, ਇਹਦਾ ਜਵਾਬ ਜਿਹੜਾ ਉਹ ਪ੍ਰੋਸੀਕਿਊਸ਼ਨ ਤੋਂ ਪੁੱਛਿਆ। ਸਰਕਾਰੀ ਵਕੀਲ ਕਹਿੰਦਾ ਜੀ ਪਤਾ ਨਹੀਂ, ਮੈਂ ਪੁੱਛਦਾ ਇਹਨੂੰ IO ਨੂੰ ਪੁੱਛਦਾ। IO ਕਹਿੰਦਾ I am not sure, ਉਹ ਆਰਡਰ ਦੇ ਵਿੱਚ ਵੀ ਰਿਫਲੈਕਟਡ ਹੈ। ਹੁਣ ਜੇ I am not sure ਤਾਂ ਫਿਰ ਕਹਿਣ ਲੱਗਾ ਫਿਰ ਇਹਨੇ ਓਫੈਂਸ ਹੀ ਕੀ ਕੀਤੀ ਹੈ। ਜੇ ਤੁਹਾਨੂੰ ਸ਼ੋਰ ਹੀ ਨਹੀਂ ਹੈ ਤਾਂ ਫਿਰ ਇਹਨੂੰ ਜ਼ਮਾਨਤ ਕਿਉਂ ਨਾ ਦਿੱਤੀ ਜਾਵੇ। ਤੇ ਇਸ ਕਰਕੇ ਸਾਨੂੰ ਇੰਟਰਿਮ ਪ੍ਰੋਟੈਕਸ਼ਨ ਮਿਲ ਗਈ। ਬਾਕੀ ਦੇ ਓਫੈਂਸਸ ਕੀ ਸੀਗੀ, ਮਾਰਨਾ, ਪੁਲਿਸ ਵਾਲਿਆਂ ਦੇ ਨਾਲ ਫੋਰਸ ਦਾ ਯੂਜ਼ ਕਰਨਾ, ਉਹਨਾਂ ਨੂੰ ਡਿਊਟੀ ਤੋਂ ਹਟਾਉਣ ਵਾਸਤੇ ਜੋ ਹੈ ਇਸ ਤਰ੍ਹਾਂ ਦੀਆਂ ਓਫੈਂਸਸ ਛੋਟੀਆਂ ਛੋਟੀਆਂ ਸੀ, ਉਹ ਇਹਨੇ ਕੀਤਾ ਹੀ ਕੁਛ ਨਹੀਂ। ਧੱਕਾ ਮੁੱਕੀ ਸਾਰਿਆਂ ਦੀ ਹੁੰਦੀ ਹੈ ਆਮ ਕਰਕੇ, ਇਹਨੇ ਕੋਈ ਫੋਰਸ ਦਾ ਇਸਤੇਮਾਲ ਨਹੀਂ ਕੀਤਾ। ਅਗਰ ਫੋਰਸ ਮੰਨ ਲਓ ਉਹਨਾਂ ਨੇ ਕਿਹਾ ਜੀ ਇਹਦੇ ਹੱਥ ਦੇ ਵਿੱਚ ਵੈਪਨ ਹੈ, ਸੋਰਡ ਹੈ ਇਹਦੇ ਹੱਥ ਦੇ ਵਿੱਚ, ਕਿਰਪਾਨ ਹੈ, ਤੇ ਉਹ ਕਿਰਪਾਨ ਅਗਰ ਹੈ ਵੀ ਹੈ ਤੇ ਉਹਦਾ ਇਸਤੇਮਾਲ ਹੋਇਆ ਕਿਸੇ ਨੂੰ ਇੰਜਰੀ ਪਹੁੰਚਾਉਣ ਦੇ ਵਿੱਚ। ਅਗਰ ਨਹੀਂ ਹੋਇਆ ਤੇ ਉਹ ਕੋਈ ਓਫੈਂਸ ਨਹੀਂ ਹੈ। ਸਿੱਖ ਤੇ ਜੋ ਹੈ ਕਿਰਪਾਨ ਰੱਖ ਹੀ ਸਕਦਾ। ਤੀਜੀ ਗੱਲ, ਕੋਈ ਸਰਕਾਰੀ ਸੰਪਤੀ ਦਾ ਨੁਕਸਾਨ ਨਹੀਂ ਪਹੁੰਚਾਇਆ, ਲਾਲ ਕਿਲ੍ਹੇ ਨੂੰ ਕੋਈ ਤੋੜ ਫੋੜ ਨਹੀਂ ਕੀਤੀ। ਇਹਦੇ ਦੁਆਰਾ ਜਿੰਨੇ ਵੀ ਕਲਿੱਪਿੰਗਸ ਨੇ ਉਹਦੇ 'ਚ ਕਿਤੇ ਤੋੜ ਫੋੜ ਨਹੀਂ ਦਿਖਾਈ ਦੇ ਰਹੀ। ਇਹਨੂੰ ਤੋੜ ਫੋੜ ਕਰਦਾ ਕਿਤੇ ਨਹੀਂ ਦੇਖਿਆ ਗਿਆ। ਸਿਰਫ ਇੱਕ ਜਗ੍ਹਾ ਇਹ ਦੀਪ ਸਿੱਧੂ ਜਿਹੜਾ ਇਹਨੂੰ ਪੈਟਿੰਗ ਕਰ ਰਿਹਾ, ਇਹਨੂੰ ਥਾਪੀ ਦੇ ਰਿਹਾ, ਜਦੋਂ ਇਹਨੇ ਉੱਪਰੋਂ ਨਿਸ਼ਾਨ ਸਾਹਿਬ ਤੋਂ ਥੱਲੇ ਉਤਰਿਆ ਉਸ ਟਾਈਮ। ਤੇ ਫਿਰ ਇੱਕ ਜੋ ਮੇਨ ਕੁਐਸਚਨ ਸੀ ਕਿ ਕੀ ਦੀਪ ਸਿੱਧੂ ਇਹਨੂੰ ਜਾਣਦਾ ਪਹਿਲਾਂ? ਆਨਸਰ ਸੀ ਨੋ, ਇਹ ਤਾਂ ਜਾਣਦਾ ਹੀ ਨਹੀਂ। ਇਹ ਤੇ ਬੜਾ ਇਨੋਸੈਂਟ ਆਦਮੀ, ਕਿਸਾਨਾਂ ਦਾ ਪੁੱਤ ਆ, ਹੁਣ ਉਹਨਾਂ ਦੇ ਘਰ ਬੈਠੇ ਅਸੀਂ। ਇੱਥੋਂ ਕਿਸਾਨਾਂ ਦੇ ਜਿਹੜੇ ਵਿਰੋਧੀ ਕਾਨੂੰਨ ਨੇ ਉਹਨਾਂ ਦੇ ਪ੍ਰੋਟੈਸਟ ਵਾਸਤੇ ਉੱਥੇ ਜਾਂਦਾ। ਉੱਥੇ ਜੋ ਲੀਡਰ ਨੇ, ਕਿਸਾਨ ਲੀਡਰ ਨੇ, ਉਹ ਕਹਿੰਦੇ ਨੇ ਆਓ ਆਓ 26 ਜਨਵਰੀ ਨੂੰ ਟਰੈਕਟਰ ਰੈਲੀ ਕਰਨੀ ਆ, ਇਹ ਵੀ ਚਲੇ ਜਾਂਦੇ ਆ ਜਾ ਕੇ ਪ੍ਰੋਟੈਸਟ ਕਰਨ ਵਾਸਤੇ, ਉੱਥੇ ਜਾ ਪਹੁੰਚਦੇ ਨੇ। ਇੱਕ ਕਿਸਾਨ ਦਾ ਪੁੱਤ ਹੋਣ ਦੇ ਨਾਤੇ ਉੱਥੇ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੁੰਦਾ ਤੇ ਜਾ ਕੇ ਉੱਥੇ ਜਦੋਂ ਦੇਖਦਾ ਬਾਕੀਆਂ ਕੋਲ 2-3 ਵਾਰੀ ਉਹਨਾਂ ਨੇ ਝੰਡਾ ਚੜਾਉਣ ਦੀ ਕੋਸ਼ਿਸ਼ ਕੀਤੀ ਆ,
ਉਹ ਨਹੀਂ ਕਾਮਯਾਬ ਹੁੰਦੇ ਤੇ ਇਹਨੇ ਕਿਹਾ ਮੈਂ ਵੀ ਟਰਾਈ ਕਰ ਲੈਣਾ। ਇਹ ਵੀ ਚੜ ਗਿਆ। ਕੋਈ ਕਾਂਸਪੀਰੇਸੀ ਨਹੀਂ ਹੈ, ਕੋਈ ਦੇਸ਼ ਨੂੰ ਜੋ ਹੈ ਦੇ ਨਾਲ ਗੱਦਾਰੀ ਨਹੀਂ ਕੀਤੀ ਇਹਨੇ ਸਿਰਫ ਪ੍ਰੋਟੈਸਟ ਦੇ ਵਿੱਚ ਜੋ ਇਹਦਾ ਹੱਕ ਹੈ ਕਿ ਹਰ ਕਿਸਾਨ ਦਾ ਹੱਕ ਹੈ ਕਿ ਉਹ ਪ੍ਰੋਟੈਸਟ ਕਰੇ। ਅਗਰ ਸਰਕਾਰੀ ਕਾਨੂੰਨ ਜਿਹੜੇ ਗਲਤ ਨੇ ਉਹਨਾਂ ਦੇ ਵਾਸਤੇ ਇਹਨੇ ਪ੍ਰੋਟੈਸਟ ਕੀਤਾ, ਉਹਦੇ ਵਾਸਤੇ ਇਹਨੇ ਉੱਥੇ ਨੈਸ਼ਨਲ ਫਲੈਗ ਨੂੰ ਇਨਸਲਟ ਨਹੀਂ ਕੀਤੀ, ਕੁਝ ਨਹੀਂ ਕੀਤੀ ਹੈ, ਔਰ ਸਿਰਫ ਨਿਸ਼ਾਨ ਸਾਹਿਬ ਜਿਹੜਾ ਉਹ ਉੱਥੇ ਫਹਿਰਾ ਦਿੱਤਾ। ਇਹ ਕੋਈ ਗਲਤੀ ਨਹੀਂ ਹੈ, ਇਹਦੇ 'ਚ 100% ਬਰੀ ਹੋਏਗਾ, ਮੇਰਾ ਇਹ ਅਨੁਮਾਨ ਹੈ। ਮੇਰੀ ਇਹ ਮੈਂ ਆਪ ਜੀ ਨੂੰ ਇਹ ਕਹਿ ਰਿਹਾ ਕਿ ਬਰੀ ਹੋਏਗਾ, ਕੋਰਟ ਜੋ ਹੈ ਇਹਨੂੰ ਬਰੀ ਕਰੇਗੀ। ਜਦੋਂ ਸਭ ਤੋਂ ਪਹਿਲੀ ਵਾਰ ਇਸ ਨੂੰ ਬਾਹਰੋਂ-ਬਾਹਰ ਜ਼ਮਾਨਤ ਮਿਲੀ ਹੈ, ਉਦੋਂ ਵੀ ਤੁਹਾਡਾ ਸਭ ਤੋਂ ਵੱਡਾ ਰੋਲ ਰਿਹਾ। ਹੁਣ ਇਹਨਾਂ ਨੂੰ ਪੱਕੀ ਜ਼ਮਾਨਤ ਮਿਲ ਗਈ ਹੈ, ਜਿੱਥੇ ਜੁਗਰਾਜ ਸਿੰਘ, ਉਸਦੇ ਪਰਿਵਾਰ ਜਾਂ ਬਾਕੀ ਹੋਰਨਾਂ ਨੂੰ ਬਹੁਤ ਖੁਸ਼ੀ ਹੋਈ ਹੈ, ਉੱਥੇ ਲਾਇਰ ਪਰਮਜੀਤ ਸਿੰਘ ਕਿੰਨੇ ਕੁ ਖੁਸ਼ ਨੇ ਜਦੋਂ ਜ਼ਮਾਨਤ ਪੱਕੀ ਮਿਲੀ ਹੈ? ਦੇਖੋ ਜੀ, ਇੱਕ ਵਕੀਲ ਹੈ ਨਾ ਜਿਹੜਾ, ਉਹਦਾ ਇੱਕ ਧਰਮ ਹੈ, ਉਹਦੀ ਇੱਕ ਡਿਊਟੀ ਹੈ, ਕਿਉਂਕਿ ਡਿਊਟੀ ਵੀ ਰਿਲੀਜਨ ਹੈ ਜੀ। ਜੇ ਅਸੀਂ ਰਿਲੀਜੀਅਸ ਟਾਈਪ ਦੇ ਨਾਲ ਇਹਨੂੰ ਨਿਭਾਉਂਦੇ ਆ ਤੇ ਉਸ ਤੋਂ ਵੱਧ ਖੁਸ਼ੀ ਕੋਈ ਨਹੀਂ ਹੁੰਦੀ। ਉਸ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਉਹਦਾ ਰੱਬ ਪ੍ਰਸੰਨ ਹੋ ਜਾਂਦਾ, ਤੇ ਮੈਨੂੰ ਤੇ ਬੜੀ ਖੁਸ਼ੀ ਹੈ ਕਿ ਮੇਰਾ ਰੱਬ ਪ੍ਰਸੰਨ ਹੋ ਗਿਆ। ਮੇਰੇ ਵਾਸਤੇ ਮੇਰਾ ਕਲਾਇੰਟ ਮੇਰੇ ਰੱਬ ਦੀ ਤਰ੍ਹਾਂ। ਸੋ ਜੇ ਅਸੀਂ ਸ਼ੁਰੂਆਤ ਕਰਦੇ ਹਾਂ ਕਿਸਾਨ ਧਰਨੇ ਤੋਂ, ਕਿਸਾਨ ਧਰਨੇ ਦੇ ਵਿੱਚ ਬਹੁਤ ਸਾਰੇ ਜਿਹੜੇ, ਜਿਵੇਂ ਤੁਸੀਂ ਦੱਸਿਆ ਕਿ ਸਾਰੇ ਹੀ 26 ਜਨਵਰੀ ਨੂੰ ਲੈ ਕੇ ਗਏ ਸੀ ਪ੍ਰੋਟੈਸਟ, ਅੱਜ ਤੱਕ ਕਿਸਾਨਾਂ ਦੇ ਚੱਲ ਰਹੇ ਨੇ। ਬੀਤੇ ਦਿਨ ਵੀ ਹਰਿਆਣਾ 'ਚ ਜੇ ਅਸੀਂ ਗੱਲ ਕਰਦੇ ਹਾਂ ਤਾਂ ਹਰਿਆਣਾ ਵਿੱਚ ਕਿਸਾਨ ਜਦੋਂ ਸ਼ਾਂਤਮਈ ਬੈਠੇ ਸੀਗੇ ਤੇ ਉਹਨਾਂ ਦੇ ਉੱਪਰ ਲਾਠੀ ਚਾਰਜ ਕਰਕੇ ਲਹੂ ਲੁਹਾਨ ਕਰ ਦਿੱਤਾ ਗਿਆ ਉਹਨਾਂ ਨੂੰ। ਅੰਮ੍ਰਿਤਸਰ ਦੀ ਗੱਲ ਕਰਦੇ ਹਾਂ ਤਾਂ ਅੰਮ੍ਰਿਤਸਰ ਦੇ ਵਿੱਚ ਪ੍ਰੋਟੈਸਟ ਹੁੰਦਿਆਂ ਜਿਹੜੀ ਪੁਲਿਸ ਉਹਨੇ ਆਪਣਾ ਬਲ ਦਾ ਉਪਯੋਗ ਕੀਤਾ। ਸੋ ਇਹ ਕਿਤਨਾ ਕੁ ਜਿਹੜਾ ਹੈਗਾ ਆ ਕਿਸਾਨ, ਜਿਵੇਂ ਤੁਸੀਂ ਸੰਵਿਧਾਨ ਦੇ ਅਕੋਰਡਿੰਗਲੀ ਕਿਸਾਨਾਂ ਦਾ ਇੱਕ ਰਾਈਟ ਹੈ ਜਾਂ ਕਿਸੇ ਵੀ ਬੰਦੇ ਦਾ ਰਾਈਟ ਹੈ ਕਿ ਉਹ ਪ੍ਰੋਟੈਸਟ ਕਰ ਸਕਦਾ ਹੈ, ਇਹ ਕਿੰਨਾ ਕੁ ਜਾਇਜ਼ ਹੈ ਕਿ ਉਹਦੇ 'ਤੇ ਲਾਠੀ ਚਾਰਜ ਕੀਤਾ ਜਾਵੇ? ਦੇਖੋ ਜੀ, ਸੁਪਰੀਮ ਕੋਰਟ ਆਫ ਇੰਡੀਆ ਨੇ ਜੱਜਮੈਂਟ ਦੇ ਦਿੱਤੀ ਜੀ ਕਿ ਪੀਸਫੁਲ ਪ੍ਰੋਟੈਸਟ ਕਰਨਾ ਹਰ ਬੰਦੇ ਦਾ ਰਾਈਟ। ਜੇ ਕਿਤੇ ਉਹ ਮਤਲਬ ਜਿਹੜੀ ਸੀਮਾ ਉਹਦੀ ਉਲੰਘਣਾ ਹੋ ਜਾਂਦੀ ਹੈ ਤੇ ਉੱਥੇ ਫਿਰ ਪੁਲਿਸ ਜਿਹੜੀ ਐਕਸ਼ਨ 'ਚ ਆਉਂਦੀ ਹੈ। ਹੁਣ ਉਸ ਜਗ੍ਹਾ ਦੇ ਉੱਤੇ ਮੈਂ ਨਹੀਂ ਹਾਂ, ਨਾ ਮੈਂ ਉਹ ਕਲਿੱਪਿੰਗ ਦੇਖੀ ਆ ਬਿਫੋਰ ਆਰਡਰ ਕੀ ਪੋਜੀਸ਼ਨ ਹੈ, ਕਿ ਕਿਸਾਨ ਵਾਇਲੈਂਟ ਹੋਏ ਕਿ ਨਹੀਂ ਹੋਏ। ਜੇ ਕਿਸਾਨ ਵਾਇਲੈਂਟ ਹੋਏ ਨੇ ਤੇ ਉਹਨਾਂ 'ਤੇ ਬਲ ਪ੍ਰਯੋਗ ਹੋਇਆ ਤੇ ਫਿਰ ਤੇ ਜੋ ਹੈ ਉਹ ਜੋ ਵੀ ਏਜੰਸੀ ਹੈ ਜਿਹਨੇ ਆਰਡਰ ਦਿੱਤਾ ਹੈ ਉਹ ਜਸਟੀਫਾਈ ਹੈ ਕਿ ਨਹੀਂ ਹੈ, ਉਹਦੇ ਵਾਸਤੇ ਉਹ ਕੋਰਟ ਨੂੰ ਜ਼ਿੰਮੇਵਾਰ ਹੈ, ਉਹ ਦੱਸੇਗੀ। ਅਦਰਵਾਈਜ਼ ਇਹ ਗਲਤ ਹੈ। ਕਿਸੇ ਵੀ ਪੀਸਫੁਲ ਪ੍ਰੋਟੈਸਟ ਦੇ ਵਿੱਚ ਲਾਠੀ ਚਾਰਜ, ਉਹਨਾਂ 'ਤੇ ਬਲ ਪ੍ਰਯੋਗ ਕਰਨਾ ਸਰਾਸਰ ਕਾਨੂੰਨ ਗਲਤ ਹੈ ਜੀ। ਜਦੋਂ ਇਸ ਜਿਹੜੇ ਸੀਗੇ ਕੇਸ ਸੀਗੇ, ਕੋਈ ਵੀ ਫੜਨ ਨੂੰ ਤਿਆਰ ਨਹੀਂ ਸੀਗਾ। ਮਨਜਿੰਦਰ ਸਿੰਘ ਸਿਰਸਾ ਦੀ ਵੀ ਗੱਲ ਕਰਦੇ ਹਾਂ ਤਾਂ ਬੜੇ ਕੇਸ ਉਹਨਾਂ ਦੇ ਦੁਆਰਾ ਲੜੇ ਗਏ ਨੇ, ਉਹਨਾਂ ਦੇ ਲਾਇਰਸ ਦੇ ਦੁਆਰਾ। ਉਦੋਂ ਫੜਨ ਲਈ ਕੋਈ ਵੀ ਤਿਆਰ ਨਹੀਂ ਸੀਗਾ। ਤੁਹਾਡੇ ਸਿਰ ਜਿੰਮੇ ਜਦੋਂ ਇਹ ਜ਼ਿੰਮੇਵਾਰੀ ਆਈ ਸੀ, ਉਦੋਂ ਤੁਸੀਂ ਕੀ ਸੋਚਦੇ ਸੀਗੇ ਤੇ ਅੱਜ ਕੀ ਸੋਚਦੇ ਹੋ? ਕਿਉਂਕਿ ਉਦੋਂ ਇੰਝ ਲੱਗਦਾ ਸੀਗਾ ਹਰ ਬੰਦੇ ਨੂੰ, ਜਿਵੇਂ ਤੁਸੀਂ ਸਪੀਚ ਵਿੱਚ ਵੀ ਕਿਹਾ ਕਿ ਉਦੋਂ ਲੱਗਦਾ ਹੀ ਨਹੀਂ ਸੀਗਾ ਵੀ ਇਹ ਜਿਹੜਾ ਆ ਕਿਤੇ ਸੋਲਵ ਹੋ ਜਾਊਗਾ, ਕਿਉਂਕਿ ਤੁਹਾਨੂੰ ਵੀ ਉਦੋਂ ਪੂਰੀ ਜਾਣਕਾਰੀ ਅੰਦਰੂਨੀ ਨਹੀਂ ਸੀਗੀ। ਇਸ ਤਰ੍ਹਾਂ ਜੀ ਕਿ ਸਾਡੇ ਉੱਤੇ ਪ੍ਰੈਸ਼ਰ ਤੇ ਕਿਸੇ ਦਾ ਨਹੀਂ ਸੀ ਜੀ, ਪਰ ਕੇਸ ਜਦੋਂ ਪੜ੍ਹਦੇ ਹਾਂ ਅਸੀਂ ਤੇ ਪੜ੍ਹਨ ਤੋਂ ਬਾਅਦ ਥੋੜਾ ਆਈਡੀਆ ਹੋ ਜਾਂਦਾ ਹੈ ਕਿ FIR 'ਚ ਐਲੀਗੇਸ਼ਨ ਕਿਸ ਤਰ੍ਹਾਂ ਦਾ, ਤੇ ਜੋ ਬੇਲ ਵਾਸਤੇ ਤੇ ਸਿਰਫ ਜੋ ਉਹਦੇ 'ਚ FIR 'ਚ ਐਲੀਗੇਸ਼ਨ ਨੇ ਉਹਨਾਂ ਨੂੰ ਹੀ ਕੰਸੀਡਰ ਕੀਤਾ ਜਾਂਦਾ ਜੀ। ਤੇ ਬੇਲ ਦੇ ਵਾਸਤੇ ਜਦੋਂ ਅਸੀਂ ਉਹ FIR ਪੜ੍ਹੀ ਤੇ ਪੜ੍ਹਨ ਤੋਂ ਬਾਅਦ ਇਹ ਲੱਗਦਾ ਸੀ ਕਿ ਐਲੀਗੇਸ਼ਨ ਬੜੇ ਹੀ ਸਟਰੋਂਗ ਨੇ, ਪਰ ਜਦੋਂ ਹੋਰ ਗਹਿਰਾਈ ਦੇ ਨਾਲ ਉਹਨੂੰ ਪੜ੍ਹਿਆ ਤੇ ਫਿਰ ਲੱਗਾ ਕਿ ਕਿਤੇ ਨਾ ਕਿਤੇ ਥੋੜਾ ਮਤਲਬ ਸਾਹ ਲੈਣ ਵਾਸਤੇ ਜਗ੍ਹਾ ਹੈ, ਉਹ ਸਾਡੇ ਕੰਮ ਆ ਗਈ। ਸੋ ਸਾਹ ਲੈਣ ਵਾਸਤੇ ਜਗ੍ਹਾ ਜਿਹੜੀ ਆ ਉਹ ਪੁਆਇੰਟ ਆਊਟ ਕਰ ਗਈ ਦਿਮਾਗ ਦੇ ਵਿੱਚ, ਤਾਂ ਉਹਨੇ ਕੰਮ ਕੀਤਾ। ਇਹ ਮੈਂ ਕਹਾਂਗਾ ਕਿ ਵਕਾਲਤ ਇੱਕ ਇਸ ਤਰ੍ਹਾਂ ਦਾ ਪ੍ਰੋਫੈਸ਼ਨ ਹੈ, ਇਹਦੇ 'ਚ ਜੇ ਤੇ ਆਈਡੀਆ ਕਲਿੱਕ ਕਰ ਗਿਆ, ਉਹ ਹੁਣ ਗੁਰੂ ਮਹਾਰਾਜ ਦੀ ਮਿਹਰ ਕਹਿ ਲਓ, ਤੇ ਜਾਂ ਉਹ ਇਹ ਕਹਿ ਲਓ ਕਿ ਉਸ ਸਮੇਂ ਜਦੋਂ ਬੰਦਾ ਸਟੱਡੀ ਕਰ ਰਿਹਾ ਹੁੰਦਾ ਹੈ ਤੇ ਉਹਨੂੰ ਜਿੰਨਾ ਡੀਪ ਜਾਂਦਾ ਉਹਨਾਂ ਡੀਪ ਉਹਨੂੰ ਹੋਰ ਗਹਿਰਾਈ ਦੇ ਵਿੱਚ ਉਹਨੂੰ ਪਤਾ ਲੱਗਦਾ ਕਿ ਇਹਦੇ 'ਚ ਆਹ ਕਮੀਆਂ ਨੇ, ਇਹਨਾਂ ਦੀ ਜੋ ਪ੍ਰੋਸੀਕਿਊਸ਼ਨ ਦੇ ਵਿੱਚ ਆਹ ਕਮੀਆਂ ਨੇ, ਉਹਨਾਂ ਨੂੰ ਅਸੀਂ ਜੋ ਹੈ ਲੈ ਸਕਦੇ ਹਾਂ ਔਰ ਉਹਦੇ 'ਤੇ ਫਿਰ ਸਾਨੂੰ ਫਾਇਦਾ ਮਿਲ ਸਕਦਾ। ਜੁਗਰਾਜ ਸਿੰਘ ਦੇ ਨਾਲ ਤੁਹਾਡੀ ਗੱਲਬਾਤ ਹੋਈ ਹੋਊਗੀ ਉਸ ਸਮੇਂ ਦੇ ਦੌਰਾਨ, ਉਦੋਂ ਜੁਗਰਾਜ ਸਿੰਘ ਕਿਵੇਂ ਲੱਗ ਰਿਹਾ ਸੀਗਾ? ਉਹਨੇ ਕੀ ਦੱਸਿਆ ਤੁਹਾਨੂੰ ਸਾਰਾ ਕੁਝ? ਉਹਨੂੰ ਪਤਾ ਸੀਗਾ ਮੈਂ ਕੀ ਕਰ ਲਿਆ? ਜੁਗਰਾਜ ਸਿੰਘ ਨੂੰ ਪਤਾ ਨਹੀਂ ਸੀ ਪਹਿਲਾਂ। ਉਹਨੇ ਤੇ ਇਹ ਸੋਚਿਆ ਵੀ ਬਾਕੀਆਂ ਤੋਂ ਨਿਸ਼ਾਨ ਸਾਹਿਬ ਨਹੀਂ ਲੱਗ ਰਿਹਾ ਤੇ ਮੈਂ ਲਾ ਦਿੰਦਾ, ਪਰ ਜਦੋਂ ਉਹਨੇ ਮੀਡੀਆ ਦੇ ਵਿੱਚ ਇੱਕ ਇਹ ਉਹਦੇ ਵਿਰੁੱਧ ਲੱਗੇ ਹੋਏ ਐਲੀਗੇਸ਼ਨ ਕਿ ਇੰਨੇ ਪੈਸੇ ਲੈ ਲਏ ਜੀ ਇਹਨੇ,
ਇਹਦੀ ਕੌਂਸਪੀਰੇਸੀ ਆ, ਇਹ ਡੀਪ ਕੌਂਸਪੀਰੇਸੀ ਆ ਜੀ, ਦੇਸ਼ ਨੂੰ ਜੋ ਹੈ ਇਹਨੂੰ ਜੋ ਹੈ ਕੀ ਕਹਿੰਦੇ ਨੇ ਬੇਇੱਜ਼ਤ ਕਰਨਾ ਚਾਹੁੰਦਾ। ਉਸ ਟਾਈਮ 'ਤੇ ਉਹ ਬਹੁਤ ਵਰੀਡ ਸੀਗਾ ਔਰ ਅੰਡਰ ਪ੍ਰੈਸ਼ਰ ਸੀਗਾ ਕਿ ਇਹ ਮੇਰੇ ਨਾਲ ਕੀ ਹੋ ਗਿਆ। ਔਰ ਫਿਰ ਸਰਕਾਰੀ ਏਜੰਸੀਆਂ ਜਦੋਂ ਛਾਪੇ ਮਾਰਦੀਆਂ ਘਰਾਂ ਦੇ ਵਿੱਚ, ਇੱਥੇ ਬਾਰ-ਬਾਰ ਆ ਕੇ ਪਤਾ ਕਰਦੀਆਂ ਸੀ ਉਹਦੇ ਘਰ ਦੇ ਵਿੱਚ ਕਿੱਥੇ ਆ, ਅਤੇ ਫਿਰ ਜਦੋਂ ਦੂਸਰੇ ਆਪਣੇ ਕਿਸੇ ਰਿਸ਼ਤੇਦਾਰ ਦੇ ਕੋਲ ਜਾਂ ਕਿਸੇ ਦੋਸਤ ਮਿੱਤਰ ਕੋਲ ਸੀ ਅਤੇ ਘਰ ਦੇ ਤਾਂ ਪਰੇਸ਼ਾਨ ਹੁੰਦੇ ਹੀ ਆ, ਅਤੇ ਉਸ ਟਾਈਮ 'ਤੇ ਬਹੁਤ ਪਰੇਸ਼ਾਨ ਸੀਗਾ ਇਹ 'ਚ ਕੋਈ ਸ਼ੱਕ ਨਹੀਂ ਹੈ। ਪਰ ਜਦੋਂ ਇਹਨੂੰ ਇਹ ਰਾਹਤ ਮਿਲ ਗਈ ਹੈ ਉਸ ਤੋਂ ਬਾਅਦ ਫਿਰ ਇਹ ਚੜ੍ਹਦੀ ਕਲਾ 'ਚ ਹੈ। ਸੋ ਪਹਿਲੀ ਵਾਰ ਅਸੀਂ ਦੇਖ ਰਹੇ ਹਾਂ ਕਿ ਪਹਿਲਾਂ ਵੀ ਬੜੇ ਕੇਸਿਸ ਹੁੰਦੇ ਸੀਗੇ, ਉਹਦੇ ਵਿੱਚ ਕਾਨੂੰਨ ਕੀ ਕਹਿੰਦਾ ਸੀਗਾ, ਅਤੇ ਇਸ ਵਿੱਚ ਕਾਫੀ ਵੱਖਰਾ ਕਾਨੂੰਨ ਨੇ ਜਿਹੜਾ ਆ ਦਿਖਾਇਆ ਹੈਗਾ ਆ ਕਿ ਜਦੋਂ ਕਿਸਾਨਾਂ ਨੂੰ ਰਾਹਤ ਦਿੱਤੀ ਹੈ, ਕਿਉਂਕਿ ਬਹੁਤ ਸਾਰੇ ਕਿਸਾਨ ਫੜੇ ਹੋਏ ਸੀਗੇ। ਸੋ ਪਹਿਲੇ ਕੇਸਿਸ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਕਿ ਜਿੱਥੇ ਜਾ ਕੇ ਝੰਡਾ ਲਹਿਰਾਉਂਦੇ ਨੇ ਤਾਂ ਫਿਰ ਉੱਥੇ ਕੁਝ ਨੌਜਵਾਨ ਜਿਹੜੇ ਨੇ ਉਹਨਾਂ ਦੇ UAPA ਵੀ ਲੱਗ ਜਾਂਦੀ ਹੈ। ਸੋ ਇਹਨਾਂ ਦੇ ਉੱਪਰ ਇਹੋ ਜਿਹਾ ਕੋਈ ਧਾਰਾ ਲਗਾਈ ਗਈ ਸੀ? ਇਹ 'ਚ ਸਿਰਫ ਇੱਕ ਦੇਸ਼ ਧਰੋਹ ਦੀ ਲਾਈ ਹੈ, ਬਾਕੀ UAPA ਦੇ ਵਿੱਚ ਇਹਦੇ 'ਚ ਨਹੀਂ ਲਾਈ। ਪਰ ਇੰਨਾ ਜ਼ਰੂਰ ਦੇਖਣ 'ਚ ਆਉਂਦਾ ਹੈ ਕਿ ਬਾਕੀ ਜਗ੍ਹਾ ਆਪਨੇ ਮੀਡੀਆ 'ਚ ਵੀ ਦੇਖਿਆ ਹੋਏਗਾ ਕਿ ਕਿਸੇ ਨੇ ਆਪਣੇ ਹੈੱਡਕੁਆਟਰ 'ਤੇ ਵੀ ਜੋ ਤਿਰੰਗਾ ਹੈ ਉਹ ਥੱਲੇ ਲਾਇਆ ਅਤੇ ਦੂਜਾ ਆਪਣਾ ਝੰਡਾ ਉੱਤੇ ਲਾਇਆ। ਉਹਨਾਂ 'ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਹੋਈ। ਇਹ ਸਰਕਾਰ ਦੀ ਕਮੀ ਹੈ, ਉਹਨਾਂ 'ਤੇ ਵੀ ਕਾਰਵਾਈ ਕਰੇ। ਸਰਕਾਰ ਦਾ ਜਿਹੜਾ ਮਾਂ-ਬਾਪ ਆ ਨਾਗਰਿਕ ਦੀ, ਅਤੇ ਜੇ ਸਰਕਾਰ ਕਹੇ ਆਹ ਮੁੰਡਾ ਮੈਨੂੰ ਜ਼ਿਆਦਾ ਪਿਆਰਾ ਅਤੇ ਆਹ ਨਹੀਂ, ਅਤੇ ਇਹ ਗਲਤ ਹੈ। ਇਹ ਸਰਕਾਰ ਦੀ ਦੋਗਲੀ ਨੀਤੀ ਹੈ, ਇਹਨੂੰ ਸਰਕਾਰ ਨੂੰ ਕਰੈਕਟ ਕਰਨ ਦੀ ਲੋੜ ਹੈ। ਸੈਕੰਡ, ਇੱਕ ਜਗ੍ਹਾ ਮੈਂ ਹੋਰ ਦੇਖਿਆ ਜੋ ਸਾਨੂੰ ਮੀਡੀਆ 'ਚ ਵੀ ਦਿਖਾਈ ਦਿੰਦਾ ਹੈ ਕਿ ਨੈਸ਼ਨਲ ਫਲੈਗ ਦੀ ਬੇਇੱਜ਼ਤੀ ਕੌਣ ਕਰ ਰਹੇ ਨੇ? ਸਿਕਿਉਰਿਟੀ ਏਜੰਸੀਜ਼। ਤੁਸੀਂ ਕਿਸਾਨੀ ਪ੍ਰੋਟੈਸਟ ਦੇ ਵਿੱਚ ਵੀ ਦੇਖਿਆ ਹੋਣਾ, ਤਿਰੰਗੇ ਦੀ ਬੇਇੱਜ਼ਤੀ ਕਰ ਰਹੇ ਨੇ, ਚੁੱਕ ਐਂ ਸੁੱਟ ਰਹੇ ਨੇ, ਉਹਨਾਂ ਉੱਤੇ ਕੋਈ ਐਕਸ਼ਨ ਨਹੀਂ ਅੱਜ ਤੱਕ ਲਿਆ ਗਿਆ। ਉਹ ਵੀ ਉਸੇ ਤਿਰੰਗੇ ਦੀ ਬੇਇੱਜ਼ਤੀ ਕਰਦੇ ਜਿਹਦੀ ਅਸੀਂ ਇਹ ਕਹਿੰਦੇ ਹਾਂ ਵੀ ਬਾਕੀ ਨੈਸ਼ਨਲ ਜਿੰਨੇ ਨੇ ਉਹਨਾਂ ਨੂੰ ਇੱਜ਼ਤ ਕਰਨੀ ਚਾਹੀਦੀ ਹੈ। ਉਹ ਵੀ ਨੈਸ਼ਨਲ ਨੇ, ਉਹਨਾਂ ਦਾ ਫਰਕ ਡਬਲ ਹੋ ਜਾਂਦਾ ਅਤੇ ਉਹਨਾਂ ਦੇ ਉੱਤੇ ਕੋਈ ਐਕਸ਼ਨ ਨਹੀਂ ਬਣਦਾ। ਕਿਉਂ? ਸਿਰਫ ਜੋ ਹੈ ਇੱਕ ਇਨੋਸੈਂਟ ਬੰਦਾ, ਉਹਨੂੰ ਪਤਾ ਵੀ ਨਹੀਂ ਕਿ ਇਹ ਤਿਰੰਗੇ ਦੀ ਬੇਇੱਜ਼ਤੀ ਵੀ ਹੁੰਦੀ ਹੈ, ਉਹਨੂੰ ਚੁੱਕ ਕੇ ਜੋ ਹੈ ਫੱਟ UAPA ਲਗਾ ਕੇ ਠੋਕ ਦਿੰਦੇ ਨੇ, ਜੇਲ੍ਹ ਪਾ ਦਿੰਦੇ ਨੇ। ਪਰ ਇੱਕ ਜਿਹੜਾ ਜਾਣ ਬੁੱਝ ਕੇ ਕਰ ਰਿਹਾ ਉੱਤੇ ਕੋਈ ਐਕਸ਼ਨ ਨਹੀਂ ਲੈਂਦਾ। ਸੋ ਇਹ ਤਰਾਸਦੀ ਹੈ ਕਿਤੇ ਨਾ ਕਿਤੇ ਜਦੋਂ ਅਸੀਂ ਕਹਿ ਦਿੰਦੇ ਹਾਂ ਕਿ ਮੌਲਿਕ ਅਧਿਕਾਰ ਕੀ ਨੇ ਇਨਸਾਨ ਦੇ। ਛੋਟੇ ਹੁੰਦੇ ਤੋਂ ਬੱਚੇ ਨੂੰ ਨਾ ਪੜ੍ਹਾਇਆ ਜਾਂਦਾ ਹੈ ਵੀ ਤੁਹਾਡੇ ਆਹ ਅਧਿਕਾਰ ਨੇ, ਤੁਸੀਂ ਇਸ ਤਰੀਕੇ ਨਾਲ ਪ੍ਰੋਟੈਸਟ ਕਰ ਸਕਦੇ ਹੋ, ਇਸ ਤਰੀਕੇ ਨਾਲ ਤੁਸੀਂ ਆਪਣੀ ਜ਼ਿੰਦਗੀ 'ਚ ਚੱਲ ਸਕਦੇ ਹੋ। ਪਰੰਤੂ ਜਿਉਂ-ਜਿਉਂ ਵੱਡਾ ਹੁੰਦਾ ਹੈ ਤਾਂ ਉਹਨੂੰ ਇੰਝ ਲੱਭਦਾ ਹੈ ਕਿ ਸ਼ਾਇਦ ਇੱਥੇ ਰਹਿ ਕੇ ਮੇਰੇ ਮੌਲਿਕ, ਅਸੀਂ ਸਿਰਫ ਇਹ ਨਹੀਂ ਕਰਾਂਗੇ ਸਿੱਖਾਂ ਦੀ ਗੱਲ, ਅਸੀਂ ਬਾਕੀਆਂ ਦੇ ਵਿੱਚ ਵੀ ਦੇਖਦੇ ਹਾਂ ਤਾਂ ਮੌਲਿਕ ਅਧਿਕਾਰ ਜਿਹੜੇ ਨੇ ਉਹ ਖਤਮ ਹੋ ਜਾਂਦੇ ਨੇ। ਦੇਖੋ ਜੀ, ਮੌਲਿਕ ਅਧਿਕਾਰ ਹਮੇਸ਼ਾ ਨੈਗੇਟਿਵ ਰਾਈਟ ਹੈ। ਨੈਗੇਟਿਵ ਰਾਈਟ ਦਾ ਮਤਲਬ ਹੁੰਦਾ ਕਿ ਸਰਕਾਰ ਦੇ ਵਿਰੁੱਧ ਅਧਿਕਾਰ ਨੇ ਨਾਗਰਿਕਾਂ ਦੇ। ਇਹ ਉਸ ਕਾਨੂੰਨ ਦੇ ਦਰਵਾਜ਼ੇ ਖੜਕਾ ਕੇ ਅਤੇ ਆਪਣੇ ਅਧਿਕਾਰਾਂ ਨੂੰ ਲਾਗੂ ਕਰਵਾ ਸਕਦਾ। ਪਰ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਵਕੀਲ ਕਰਨਾ ਹੋਵੇ ਇੱਕ ਆਮ ਨਾਗਰਿਕ ਨੇ, ਅਤੇ ਉੱਥੇ ਲੱਖਾਂ ਰੁਪਈਏ ਦੀ ਫੀਸ ਹੀ ਮੰਗ ਲਓ। ਫਿਰ ਜਿਹਨੇ ਸੁਪਰੀਮ ਕੋਰਟ ਜਾਣਾ ਜਾਂ ਹਾਈ ਕੋਰਟ ਜਾਣਾ, ਉੱਥੇ ਐਡਵੋਕੇਟ ਔਨ ਰਿਕਾਰਡ, ਜਾਂ ਹਾਈ ਕੋਰਟ ਚਲੋ ਚੱਲ ਜਾਂਦਾ, ਦੂਜਾ ਵਕੀਲ ਵੀ ਚਲਾ ਜਾਓ। ਪਰ ਸੁਪਰੀਮ ਕੋਰਟ 'ਤੇ ਐਡਵੋਕੇਟ ਔਨ ਰਿਕਾਰਡ ਪਟੀਸ਼ਨ ਤੁਹਾਡੀ ਜੋ ਹੈ ਪਾਊਗਾ, ਉਹੀ ਹਜ਼ਾਰਾਂ ਰੁਪਏ ਮੰਗ ਲੈਂਦਾ। ਅਤੇ ਇਸ ਕਰਕੇ ਇਹ ਕਹਿਣਾ ਕਿ ਜੀ ਫਰੀ ਆਫ ਕਾਸਟ ਜੋ ਹੈ ਆਮ ਬੰਦਾ ਵੀ ਜੋ ਹੈ ਕੇਸ ਲੜ ਸਕਦਾ, ਇਹ ਕਹਿਣਾ ਬਿਲਕੁਲ ਗਲਤ ਹੈ। ਪਹਿਲੀ ਗੱਲ ਤਾਂ ਵਕੀਲ ਹੀ ਕੱਪੜੇ ਲਾ ਲੈਂਦੇ, ਉਹਦੇ ਸਾਰਾ ਕੁਝ ਵਿਕਾ ਦਿੰਦੇ ਨੇ। ਦੂਜੀ ਗੱਲ, ਉੱਥੇ ਜਦੋਂ ਜਾਂਦਾ ਹੈ ਅਤੇ ਉੱਥੇ ਸਰਕਾਰੀ ਤੰਤਰ ਜਿਹੜਾ ਹੈ ਉਹਦੀ ਕਿੰਨੀ ਕੁ ਮਦਦ ਕਰਦਾ, ਇਹ ਆਪਨੇ ਬਹੁਤ ਵਾਰ ਦੇਖਿਆ ਹੋਣਾ। PIL ਜਾਂਦੀਆਂ, ਚੁੱਕ ਕੇ ਮਾਰੀਆਂ ਜਾਂਦੀਆਂ, ਕੋਈ ਨਹੀਂ ਦੇਖਦਾ ਉਹਨਾਂ ਨੂੰ, ਐਂਟਰਟੇਨ ਨਹੀਂ ਕਰਦਾ। ਅਤੇ ਇਹ ਮੌਲਿਕ ਅਧਿਕਾਰਾਂ ਦੀ ਤਾਂ ਦਸ਼ਾ ਹੈ ਹਿੰਦੁਸਤਾਨ ਦੇ ਵਿੱਚ ਕਿ ਬਾਕੀ ਜਗ੍ਹਾ 'ਤੇ ਮੈਂ ਕਹਿ ਨਹੀਂ ਸਕਦਾ। ਇੱਥੇ ਤਾਂ ਮੈਂ ਰੋਜ਼ ਦੇਖਦਾ ਕਿ ਮੌਲਿਕ ਅਧਿਕਾਰਾਂ ਦੀ ਕੋਈ ਕਦਰ ਜਿਹੜੀ ਆ ਸਾਨੂੰ ਦਿਖਾਈ ਨਹੀਂ ਦਿੰਦੀ। ਪਹਿਲੀ ਗੱਲ ਤਾਂ ਇਹ ਹੈ ਕਿ ਇਸ ਵਕੀਲ ਦੇ ਵੱਲੋਂ ਕੋਈ ਕੱਪੜੇ ਨਹੀਂ ਉਤਾਰੇ ਗਏ, ਫ੍ਰੀ ਆਫ ਕਾਸਟ ਜਿਹੜਾ ਆ ਇਸ ਨੌਜਵਾਨ ਦਾ ਜਿਹੜਾ ਜੁਗਰਾਜ ਸਿੰਘ ਦਾ ਸੀਗਾ ਕੇਸ ਉਹ ਲੜਿਆ ਗਿਆ। ਦੂਜੀ ਗੱਲ, ਜਿਵੇਂ ਸ਼ੁਰੂਆਤ ਕੀਤੀ ਸੀਗੀ ਆਪਾਂ ਮੌਲਿਕ ਅਧਿਕਾਰਾਂ ਦੀ, ਤਾਂ ਨਾਲ ਦੀ ਨਾਲ ਅਸੀਂ ਸੁਣਿਆ ਕਿ 500 ਰੁਪਇਆ ਜੇ ਕਿਸੇ ਬੰਦੇ ਦਾ ਗੁੰਮ ਹੋ ਜਾਂਦਾ ਨਾ ਤਾਂ ਉਹ ਪੁਲਿਸ ਸਟੇਸ਼ਨ ਜਾ ਕੇ ਆਪਣੀ ਕੰਪਲੇਂਟ ਫਾਈਲ ਕਰਾ ਸਕਦਾ ਹੈ। ਪਰੰਤੂ ਜੇ ਅਸੀਂ ਉਹਨੂੰ ਦੇਖਦੇ ਹਾਂ ਕਿ ਉਹ ਅਸਲ ਦੇ ਵਿੱਚ ਪ੍ਰੈਕਟੀਕਲੀ ਕਿਵੇਂ ਹੁੰਦਾ, ਅਤੇ ਪ੍ਰੈਕਟੀਕਲ ਇਹ ਹੈ ਕਿ ਜਦੋਂ ਅਸੀਂ ਪੁਲਿਸ ਥਾਣੇ ਜਾਂਦੇ ਹਾਂ ਤਾਂ ਪੁਲਿਸ ਥਾਣੇ ਵਾਲੇ ਤਾਂ ਮੈਨੂੰ ਲੱਗਦਾ 1000 ਰੁਪਇਆ ਜਾਂ 500 ਰੁਪਇਆ ਤਾਂ ਫੀਸ ਮੰਗਦੇ ਨੇ, ਅਤੇ ਉਸ ਤੋਂ ਬਾਅਦ ਇਸ ਚੀਜ਼ ਦੀ ਤਾਂ ਕਿਤੇ ਵੀ ਸੁਣਵਾਈ ਨਹੀਂ ਜਾਂ ਐਪਲੀਕੇਸ਼ਨ ਨਹੀਂ ਲਈ ਜਾਂਦੀ ਜਾਂ FIR ਨਹੀਂ ਕੀਤੀ ਜਾਂਦੀ। ਉਹਦਾ ਕਾਰਨ ਇਹ ਹੁੰਦਾ ਹੈ ਕਿ ਅਸੀਂ ਲੱਭ ਕੇ ਨਹੀਂ ਦੇ ਸਕਦੇ। ਇਹਨੂੰ ਕਿੱਦਾਂ ਦੇਖਦੇ ਹੋ? ਇਹਦੇ 'ਚ ਨਾ ਜੀ ਮੈਂ ਆਪ ਨੂੰ ਸਭ ਤੋਂ ਵੱਡਾ ਕੇਸ ਜਿਹੜਾ ਉਹ ਰੈਫਰ ਕਰਦਾ, ਰੂਪਨ ਦਿਓਲ ਬਜਾਜ,
ਜੋ IAS ਆਫੀਸਰ ਹੈ ਔਰ ਬਹੁਤ ਵੱਡੇ ਲੈਵਲ ਦੀ ਅਫਸਰ ਹੈ, ਉਹਦੇ ਨਾਲ ਬਦਤਮੀਜ਼ੀ ਕਰਦਾ KPS ਗਿੱਲ ਜੀ ਔਰ ਸੁਪਰੀਮ ਕੋਰਟ ਤੱਕ ਉਹ ਕੇਸ ਜਾਂਦਾ। ਜੀ ਰੂਪਨ ਦਿਓਲ ਬਜਾਜ ਦਾ ਤੁਸੀਂ ਇੰਟਰਵਿਊ ਪੜ੍ਹੋ, ਜੀ ਉਹ ਕਹਿੰਦੀ ਹੈ ਕਿ ਜੋ FIR ਦਰਜ ਕਰਾਉਣਾ ਹੈ ਇਹ ਸਭ ਤੋਂ ਔਖਾ ਕੰਮ ਹੈ। ਜੀ ਤੇ ਜੇ ਉਹ IAS ਅਫਸਰ ਦੀ, ਜਿਹਦਾ ਹਸਬੈਂਡ ਵੀ ਜੋ ਹੈ IAS ਅਫਸਰ ਹੈ ਔਰ ਐਡੇ ਵੱਡੇ ਰੈਂਕ ਦੀ ਅਫਸਰ ਹੈ, ਉਹ ਵੀ ਇਹ ਕਹਿੰਦੀ ਹੈ ਕਿ FIR ਦਰਜ ਕਰਾਉਣਾ ਜੋ ਹੈ ਟੇਢੀ ਖੀਰ ਹੈ, ਤੇ ਆਮ ਬੰਦੇ ਨੂੰ ਕੌਣ ਪੁੱਛਦਾ ਹੈ? ਉਹਨੂੰ ਤਾਂ ਵੈਸੇ ਭਜਾ ਦਿੰਦਾ। ਪਹਿਲਾਂ ਤਾਂ ਬਾਹਰ ਖੜਾ ਸੰਤਰੀ, ਉਹ ਕਹਿੰਦਾ ਜਾ ਭੱਜ, ਤੇਰੀ ਕੋਈ ਰਿਪੋਰਟ ਨਹੀਂ ਲਿਖਣੀ। ਉਸ ਤੋਂ ਬਾਅਦ ਜੇ ਕਿਤੇ ਲਿਖੀ ਵੀ ਜਾਂਦੀ ਆ ਤਾਂ ਫਿਰ ਉੱਤੇ FIR ਦਰਜ ਨਹੀਂ ਕਰਦੇ, ਪਰਚਾ ਨਹੀਂ ਦਰਜ ਕਰਦੇ, ਕਿਉਂਕਿ ਉਹਨਾਂ ਦੀ ਸੈਟਿੰਗ ਹੁੰਦੀ ਹੈ। ਤੇ ਜੇ ਕੋਰਟ 'ਚ ਵੀ ਚਲੇ ਜਾਂਦੇ ਆ ਤੇ ਕੋਰਟ ਵੀ ਫਿਰ ਜੋ ਹੈ ਉਹਨੂੰ ਕਹਿੰਦੇ ਐਵੀਡੈਂਸ ਕਰਵਾਓ, ਤੇ ਉੱਥੇ ਵੀ ਜੋ ਹੈ ਉਹਨੂੰ ਬਹੁਤੀ ਸਫਲਤਾ ਪ੍ਰਾਪਤ ਨਹੀਂ ਹੁੰਦੀ। ਜਿਵੇਂ ਕਿ ਇੱਕ ਤਾਂ ਮੈਂ ਤੁਹਾਨੂੰ ਰੈਫਰ ਸਾਈਟ ਕੀਤਾ ਹੈ ਕੇਸ। ਦੂਸਰੇ ਕੇਸ ਜਿਹੜੇ ਆ, ਆਪ ਪੁਲਿਸ ਸਟੇਸ਼ਨ ਚਲੇ ਜਾਓ ਕਿਸੇ ਵੀ, ਆਪ ਕਿਤੇ ਕੁਝ ਇਸ ਵਾਸਤੇ ਇਨਵੈਸਟੀਗੇਸ਼ਨ ਕਰਨ ਵਾਸਤੇ ਕਿਤੇ ਜਾਣ ਦੀ ਲੋੜ ਨਹੀਂ ਹੈ, ਬਾਹਰ ਬੈਠ ਜਾਣਾ। ਜਿੰਨੇ ਲੋਕ ਆਉਂਦੇ ਨੇ ਜਿਹੜੇ ਰਿਪੋਰਟ ਦਰਜ ਕਰਵਾਉਣ ਆਉਂਦੇ ਨੇ, ਉਹਨਾਂ ਨੂੰ ਪੁੱਛੋ ਜੀ, ਕੋਈ ਕਹੇਗਾ ਮੇਰੇ ਚੋਰੀ ਹੋ ਗਈ ਹੈ। ਕਿਉਂਕਿ ਸੁਪਰੀਮ ਕੋਰਟ ਵੀ ਇਹ ਕਹਿੰਦੀ ਹੈ ਕਿ ਦੇਖੋ ਜੀ, ਜਿੱਥੇ ਕਿਤੇ ਕੋਗਨੀਜ਼ੇਬਲ ਆਫੈਂਸ ਹੈ, ਜਿਹਦੇ 'ਚ ਸੰਗਿਆ ਅਪਰਾਧ ਜਿਹਨੂੰ ਕਹਿੰਦੇ ਨੇ, ਜਿਹਦੇ 'ਚ ਪੁਲਿਸ ਐਕਸ਼ਨ ਲੈ ਸਕਦੀ ਹੈ, ਉਹਦੇ 'ਚ ਉਹਨਾਂ ਨੂੰ FIR ਪਹਿਲਾਂ ਦਰਜ ਕਰਨੀ ਚਾਹੀਦੀ ਹੈ, ਉਸ ਤੋਂ ਬਾਅਦ ਅਗਲੀ ਕਾਰਵਾਈ ਕਰਨੀ ਚਾਹੀਦੀ ਹੈ। ਇੱਥੇ ਪਹਿਲਾਂ ਹੀ ਭਜਾ ਦਿੰਦੇ ਉਹਨੂੰ। ਤੇ ਉਤੋਂ ਲੱਗਦਾ ਹੈ ਕਿ ਜਾਂ ਤਾਂ ਪੁਲਿਸ ਕੇਸ ਹੀ ਦਰਜ ਨਹੀਂ ਕਰਨਾ ਚਾਹੁੰਦੀ ਕਿ ਉਹਨਾਂ ਦੀ ਅਪਰਾਧ ਸੰਖਿਆ ਘੱਟ ਰਹੇ ਤੇ ਉਹਨਾਂ ਦੀ ਨੌਕਰੀ ਜਿਹੜੀ ਉਹ ਬਰਕਰਾਰ ਰਹੇ। ਦੂਜਾ ਹੋ ਸਕਦਾ, ਦੂਸਰਾ ਵੀ ਜਿਹੜਾ ਸਿਸਟਮ ਉਹ ਆਪ ਸਾਰਿਆਂ ਨੂੰ ਪਤਾ ਹੀ ਆ, ਮੇਰੇ ਮੂੰਹੋਂ ਕਿਉਂ ਘੁਮਾਉਣਾ ਚਾਹੁੰਦੇ ਜੇ, ਉਹ ਉਹਨਾਂ ਦੀ ਦਾਲ ਮੰਡਾ ਚੱਲਦਾ ਰਹੇ, ਇਹ ਵੀ ਕੰਮ ਕਰਨਾ ਚਾਹੁੰਦੇ ਨੇ। ਇਹ ਸੱਚ ਹੈ, ਇਹ ਸਾਡੇ ਦੇਸ਼ ਦੀ ਜੋ ਹੈ ਤਰਾਸਦੀ ਹੈ। ਅਸੀਂ ਇਹਨੂੰ ਰੋਜ਼ ਵੇਖਦੇ ਹਾਂ, ਸਾਡੇ ਕੋਲ ਰੋਜ਼ ਲੋਕ ਆਉਂਦੇ ਨੇ, ਰੋਂਦੇ ਨੇ। ਉਹਨਾਂ ਦੀ ਜਿੰਨੀ ਮਦਦ ਹੋ ਸਕਦਾ ਕਰਨ ਦੀ ਕੋਸ਼ਿਸ਼ ਕਰੀਦੀ ਹੈ, ਲੇਕਿਨ ਤੁਹਾਨੂੰ ਪਤਾ ਹੈ ਜਿੰਨੀ ਕੁ ਹੈਲਪ ਹੋ ਸਕਦੀ ਹੈ ਕਰਨ ਦੀ ਕੋਸ਼ਿਸ਼ ਕਰੀਦੀ। ਜਿਨ੍ਹਾਂ ਨੇ ਕਿਤੇ ਲੋਕਾਂ ਦੀ ਸੇਵਾ ਕਰਨੀ ਸੀਗੀ, ਜਿਸ ਪੁਲਿਸ ਨੇ ਲੋਕਾਂ ਦੀ ਸੇਵਾ ਕਰਨ ਦੀ ਬਜਾਏ FIR ਦਰਜ ਕਰਨ ਦੀ ਬਜਾਏ, ਉਹਨਾਂ ਦੀ ਹੈਲਪ, ਉਹਨਾਂ ਦੀ ਚੀਜ਼ ਲੱਭਣ ਦੀ ਬਜਾਏ ਜਾਂ ਉਹਨਾਂ ਨਾਲ ਨਿਆਂ ਕਰਵਾਉਣ ਦੀ ਬਜਾਏ, ਲੱਗਦਾ ਹੈ ਕਿ ਉਹ ਸਿਰਫ ਸੋਸ਼ਲ ਮੀਡੀਆ ਤੋਂ ਵੀਡੀਓਜ਼ ਚੱਕਦੇ ਨੇ ਤਾਂ ਅਗੇਂਸਟ, ਜਿਵੇਂ ਇਸ ਕੇਸ ਵਿੱਚ ਸੀਗੇ, ਅਗੇਂਸਟ ਕਿਸੇ ਬੰਦੇ ਦੇ ਉਸਨੂੰ ਜੇ ਅਸੀਂ ਕਹੀਏ ਤਾਂ ਅਦਾਲਤ ਵਿੱਚ ਪੇਸ਼ ਕਰ ਦਿੰਦੇ ਨੇ। ਦੇਖੋ, ਜਿਹੜਾ UAPA ਡਰੈਕੋਨੀਅਨ ਲਾ ਜਿਹੜਾ ਅੱਜ ਦੀ ਡੇਟ ਦੇ ਵਿੱਚ 1967 ਦੇ ਵਿੱਚ ਵੈਸੇ ਅਮੈਂਡਮੈਂਟ ਹੋਈ ਸੀ, ਇਹਦੇ 'ਚ ਇਹ ਪਹਿਲਾਂ ਪੋਟ ਆਇਆ, ਫਿਰ ਟਾਡਾ ਆਇਆ, ਜਾਂ ਪਹਿਲਾਂ ਮਤਲਬ ਥੋੜ੍ਹਾ ਜਿਹਾ ਮੈਂ ਕਨਫਿਊਜ਼ ਨਹੀਂ ਹਾਂ, ਤੇ ਪਹਿਲਾਂ ਟਾਡਾ ਆਇਆ, ਫਿਰ ਪੋਟ ਆਇਆ, ਤੇ ਹੁਣ UAPA। UAPA ਦੀ ਜਿਹੜੀ ਟੈਰਰਿਸਟ ਦੀ ਜਿਹੜੀ ਡੈਫੀਨੇਸ਼ਨ ਹੈ, ਜਾਂ ਟੈਰਰਿਸਟ ਆਰਗੇਨਾਈਜੇਸ਼ਨ ਦੀ ਜਿਹੜੀ ਡੈਫੀਨੇਸ਼ਨ ਹੈ, ਉਹ ਇੰਨੀ ਵੱਡੀ ਆ, ਇੰਨੀ ਖੁੱਲ੍ਹੀ ਡੁੱਲੀ ਹੈ ਕਿ ਜਿਹਨੂੰ ਮਰਜ਼ੀ ਲਪੇਟ ਲਓ। ਹੁਣ ਆਹ ਸੋਸ਼ਲ ਮੀਡੀਆ ਦੀ ਆਪ ਜੀ ਨੇ ਕਿਹਾ ਹੈ ਕਿ ਮੰਨ ਲਓ ਕਿ ਇੱਕ ਬੱਚਾ ਜਿਹੜਾ ਆ, ਉਹ ਇੱਕ ਪੋਸਟ, ਉਹਨੂੰ ਲੱਗਦਾ ਕਿ ਆਹ ਪੋਸਟ ਬੜੀ ਵਧੀਆ, ਉਹਦੇ 'ਚ ਮੰਨ ਲਓ ਕਿ ਕਿਸੇ ਟੈਰਰਿਸਟ ਆਰਗੇਨਾਈਜੇਸ਼ਨ ਦੇ ਬੈਨਰਸ ਨੇ, ਉਹਨਾਂ ਨੂੰ ਚੁੱਕ ਕੇ ਉਹ ਪੋਸਟ ਕਰ ਦਿੰਦਾ ਅੱਗੇ, ਉਹਨੂੰ ਪਤਾ ਹੀ ਨਹੀਂ ਕਿ ਮੈਂ ਕੀ ਕਰ ਰਿਹਾ। ਉਹ ਵੀ ਇਸ ਦੇ ਐਂਬਿਟ ਦੇ ਵਿੱਚ ਫਾਲ ਕਰ ਰਿਹਾ, ਔਰ ਉਹਦੇ ਵਿਰੁੱਧ ਵੀ UAPA ਜੋ ਹੈ ਉਹ ਸਲੈਪ ਕੀਤੀ ਜਾ ਸਕਦੀ ਹੈ, ਔਰ ਕੀਤੀਆਂ ਜਾ ਰਹੀਆਂ ਨੇ। ਕਿ ਇਹਦੇ ਲਈ ਆਮ ਨਾਗਰਿਕਾਂ ਨੂੰ ਸਰਕਾਰ ਦੇ ਵੱਲੋਂ ਪਹਿਲਾਂ ਅਗਾਹ ਕੀਤਾ ਗਿਆ ਹੈ, ਆਮ ਲੋਕਾਂ ਨੂੰ ਪਤਾ ਹੈ? ਇਸ ਤਰ੍ਹਾਂ ਜੀ, ਕਾਨੂੰਨ ਇਹ ਕਹਿੰਦਾ ਹੈ ਕਿ ਇਗਨੋਰੈਂਸ ਆਫ ਲਾਅ ਇਜ਼ ਨੋ ਐਕਸਕਿਊਜ਼। ਕਾਨੂੰਨ ਦੇ ਬਾਰੇ ਜਾਣਕਾਰੀ ਨਾ ਹੋਣਾ ਕੋਈ ਜੋ ਹੈ ਬਚਾਅ ਨਹੀਂ ਕਰਦਾ। ਇਹ ਸਮਝਿਆ ਜਾਂਦਾ ਹੈ ਕਿ ਜਿਹੜਾ ਵੀ ਧਰਤੀ 'ਤੇ, ਜਿਸ ਵੀ ਧਰਤੀ 'ਤੇ ਜਿਹੜਾ ਬੰਦਾ ਰਹਿੰਦਾ ਹੈ, ਉਹ ਆਪਣੇ ਦੇਸ਼ ਦੇ ਕਾਨੂੰਨ ਦੇ ਬਾਰੇ ਸਭ ਕੁਝ ਜਾਣਦਾ। ਤੇ ਇਹ ਕੋਈ ਕਹੇਗਾ ਜੀ ਮੈਨੂੰ ਨਹੀਂ ਪਤਾ ਝੰਡੇ ਦੀ ਬੇਇੱਜ਼ਤੀ ਕੀਤੀ ਜਾਂਦੀ ਆ, ਮੈਨੂੰ ਨਹੀਂ ਪਤਾ ਆਹ ਪੋਸਟ ਕਰਨਾ ਜਿਹੜਾ ਇਹ ਬੇਇੱਜ਼ਤੀ ਨਹੀਂ ਹੈ, ਜਾਂ ਇਹ ਅਨਲਾਫੁਲ ਨਹੀਂ ਹੈ, ਆਹ ਆਰਗੇਨਾਈਜੇਸ਼ਨ ਦਾ ਮੈਨੂੰ ਨਹੀਂ ਸੀ ਪਤਾ ਜੀ ਇਹ ਟੈਰਰਿਸਟ ਆਰਗੇਨਾਈਜੇਸ਼ਨ ਹੈ ਕਿ ਨਹੀਂ ਹੈ, ਜਾਂ ਇਹ ਟੈਰਰਿਸਟ ਜੋ ਹੈ ਕਿ ਨਹੀਂ ਹੈ, ਮੈਨੂੰ ਨਹੀਂ ਸੀ ਪਤਾ। ਇਹ ਕੋਈ ਐਕਸਕਿਊਜ਼ ਨਹੀਂ ਹੈ, ਲਾਅ ਦੇ ਵਿੱਚ ਇਹਦੀ ਕੋਈ ਜੋ ਹੈ ਮਾਨਤਾ ਨਹੀਂ ਹੈ। ਇਸ ਕਰਕੇ ਕੋਈ ਵੀ ਗੱਲ ਕਰਨ ਤੋਂ ਪਹਿਲਾਂ, ਕੋਈ ਵੀ ਮੇਰੀ ਪਰਸਨਲ ਐਡਵਾਈਸ ਹੈ ਕਿ ਕੋਈ ਵੀ ਪੋਸਟ ਸ਼ੇਅਰ ਕਰਨ ਤੋਂ ਪਹਿਲਾਂ 100 ਵਾਰ ਉਹਨੂੰ ਸੋਚੋ ਕਿ ਕਿਤੇ ਤੁਸੀਂ ਫਸ ਨਹੀਂ ਰਹੇ ਇਹਦੇ 'ਚ। ਤੁਸੀਂ ਸ਼ੇਅਰ ਕਰੋਗੇ ਤੇ ਉਹ ਨਾ ਹੋਏ ਤੁਹਾਡੇ 'ਤੇ ਹੀ ਜੋ ਹੈ ਕਾਨੂੰਨੀ ਸ਼ਿਕੰਜਾ ਕੱਸਿਆ ਜਾਵੇ। ਸੋ ਕਾਨੂੰਨ ਦੀ ਜਾਣਕਾਰੀ ਰੱਖਣਾ ਜ਼ਰੂਰੀ ਹੈ, ਕਿਉਂਕਿ ਜਿਹੜਾ ਕਾਨੂੰਨ ਹੈ ਉਹਦੇ ਹਿਸਾਬ ਨਾਲ ਚੱਲੋਗੇ ਤਾਂ ਹੀ ਤੁਸੀਂ ਬਚ ਸਕਦੇ ਹੋ। ਕਿਉਂਕਿ ਇਹ ਸਾਫ਼-ਸਾਫ਼ ਕਿਹਾ ਜਾਂਦਾ ਹੈ ਕੋਰਟ ਵੱਲੋਂ ਕਿ ਜੇ ਕਾਨੂੰਨ ਦੀ ਜਾਣਕਾਰੀ ਨਹੀਂ ਤਾਂ ਇਹਦੇ ਵਿੱਚ
ਹੋਰ ਕੋਈ ਕਿਸੇ ਦਾ ਕੋਈ ਫਾਲਟ ਨਹੀਂ ਹੈ, ਇਹ ਤੁਹਾਡੀ ਆਪਣੀ ਰਿਸਪੌਂਸਿਬਿਲਟੀ ਹੈ ਕਿ ਤੁਹਾਨੂੰ ਇਹ ਜਾਣਨਾ ਜ਼ਰੂਰੀ ਹੈ। ਬਾਕੀ ਜੇ ਜੁਗਰਾਜ ਸਿੰਘ ਦੀ ਗੱਲ ਕਰਦੇ ਹਾਂ ਤਾਂ ਅੱਜ ਜੁਗਰਾਜ ਸਿੰਘ ਦੇ ਪਿੰਡ ਤਾਰਾ ਸਿੰਘ ਜੇ ਅਸੀਂ ਤਾਰਾ ਸਿੰਘ ਜਿਹੜਾ ਉਹਨਾਂ ਦਾ ਇਤਿਹਾਸ ਵੀ ਜਾਣਕਾਰੀ ਉਸਦੀ ਤੁਹਾਨੂੰ ਦੇ ਦਈਏ ਤਾਂ ਇਹ ਉਹ ਪਿੰਡ ਹੈ ਜਿੱਥੇ 21 ਸਿੰਘਾਂ ਨੂੰ ਜਿਹੜਾ ਸੀਗਾ ਮੁਗਲਾਂ ਨੇ ਆ ਕੇ ਇੱਥੇ ਘਮਾਸਾਨ ਯੁੱਧ ਕਰਕੇ ਸ਼ਹੀਦ ਕੀਤਾ ਸੀ। ਔਰ ਕਾਰਨ ਕੀ ਸੀਗਾ ਕਿ ਤਾਰਾ ਸਿੰਘ ਜਿਹੜੇ ਸੀਗੇ ਉਹਨਾਂ ਦੇ ਪਿੰਡ ਦੇ ਵਿੱਚ ਘੋੜੀਆਂ ਨੂੰ ਵੇਚ ਕੇ ਚੌਧਰੀ ਰਾਏ ਦੀਆਂ ਘੋੜੀਆਂ ਜਿਹੜੀਆਂ ਕਿਸਾਨਾਂ ਦੇ ਖੇਤਾਂ ਵਿੱਚ ਚਰਦੀਆਂ ਸੀਗੀਆਂ, ਉਹਨਾਂ ਦੀਆਂ ਘੋੜੀਆਂ ਨੂੰ ਵੇਚ ਕੇ ਆ ਕੇ ਇਹਨਾਂ ਦੇ ਲੰਗਰ ਦੇ ਵਿੱਚ ਰਸਦ ਪਾਣੀ ਦਿੱਤੀ ਗਈ ਸੀਗੀ, ਜਿਸ ਕਾਰਨ ਇਹਨਾਂ ਸਿੰਘਾਂ ਦੇ ਉੱਪਰ ਜਿਹੜਾ ਸੀਗਾ ਮੁਗਲਾਂ ਨੇ ਹਮਲਾ ਕੀਤਾ ਸੀਗਾ। ਇਹ ਤੁਹਾਨੂੰ ਛੋਟਾ ਜਿਹਾ ਅਸੀਂ ਇਤਿਹਾਸ ਦੱਸ ਰਹੇ ਹਾਂ, ਇਤਿਹਾਸ ਹੋਰ ਵੀ ਬਹੁਤ ਡੀਪ ਹੈਗਾ ਆ, ਕਿਸ ਤਰ੍ਹਾਂ ਸ਼ਹੀਦੀ ਹੋਈ, ਕਿਸ ਤਰ੍ਹਾਂ ਮੋਮਨ ਖਾਨ ਬਾਰੇ ਵੀ ਉਹ ਜਾਣਕਾਰੀ ਜਿਹੜੀ ਤੁਹਾਨੂੰ ਬਾਅਦ ਦੇ ਵਿੱਚ ਜ਼ਰੂਰ ਮੁਹੱਈਆ ਕਰਵਾਵਾਂਗੇ। ਪਰੰਤੂ ਇੱਥੇ ਜੁਗਰਾਜ ਸਿੰਘ ਦੇ ਅੱਜ ਉਸ ਪਿੰਡ ਦੇ ਵਿੱਚ ਸਮਾਗਮ ਜਿਹੜਾ ਸੀਗਾ ਉਹ ਕੀਤਾ ਗਿਆ ਹੈ, ਸ਼ੁਕਰਾਨਾ ਸਮਾਗਮ, ਤੇ ਇਸ ਸਮੇਂ ਦੌਰਾਨ ਅਸੀਂ ਵਕੀਲ ਸਾਹਿਬ ਨਾਲ ਸਾਡੀ ਜਿਹੜੀ ਡਿਟੇਲ ਹੈ ਉਹ ਤੁਹਾਡੇ ਨਾਲ ਸਾਂਝੀ ਕੀਤੀ ਹੈ। ਤੁਸੀਂ ਦੇਖ ਰਹੇ ਹੋ KTV UK, ਕੈਮਰਾ ਪਰਸਨ ਗੁਰਦਿਆਲ ਦੇ ਨਾਲ ਪਲਵਿੰਦਰ ਕੌਰ।